ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 12ਵੀਂ ਦੇ ਪਾਠ ਨੰਬਰ 1 ਤੋਂ ਪਾਠ ਨੰਬਰ 3 ਤੱਕ ਦੇ ਅਭਿਆਸ ਦੀ ਦੁਹਰਾਈ ਕਰਾਂਗੇ। ਸੋ ਆਓ ਅਸੀਂ ਹੁਣ ਇਸ ਵੀਡੀਓ ਰਾਹੀਂ ਇਹਨਾਂ ਪਾਠਾਂ ਦੀ ਦੁਹਰਾਈ ਸ਼ੁਰੂ ਕਰਦੇ ਹਾਂ। ਪਿਆਰੇ ਬੱਚੇ, ਹੁਣ ਅਸੀਂ ਪਾਠ 1 ਦੀ ਦੁਹਰਾਈ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਤਾਂ ਸਾਡੇ ਕੋਲ ਇਸਦੇ ਆਪਸ਼ਨ ਨੇ MS ਵਿੰਡੋ, MS ਐਕਸਲ, MS ਪਾਵਰਪੁਆਇੰਟ ਜਾਂ MS ਵਰਡ। ਸਾਡੇ ਕੋਲ ਸਹੀ ਉੱਤਰ ਹੈ MS ਵਰਡ, ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਦੂਸਰੇ ਸਾਡੇ ਕੋਲ ਪ੍ਰਸ਼ਨ ਹੈ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ ਡੈਸ਼ ਕੀ ਵਰਤੀ ਜਾਂਦੀ ਹੈ। ਤਾਂ ਸਾਡੇ ਕੋਲ ਇਸਦੇ ਆਪਸ਼ਨ ਨੇ ਪਹਿਲਾ Ctrl+F7, ਦੂਸਰਾ ਹੈ Alt+F7, ਤੀਸਰਾ ਹੈ F7, ਚੌਥਾ ਹੈ Shift+F7। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ F7 ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਤੀਸਰਾ ਪ੍ਰਸ਼ਨ ਹੈ MS ਵਰਡ ਵਿੱਚ ਡੈਸ਼ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਤਾਂ ਸਾਡੇ ਕੋਲ ਇਹ ਆਪਸ਼ਨ ਨੇ ਫਾਰਮੈਟ, ਦੂਸਰਾ ਹੈ ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ, ਤੀਸਰਾ ਹੈ ਪੇਜ ਸੈਟਅਪ, ਚੌਥਾ ਹੈ ਪ੍ਰੂਫਿੰਗ। ਤਾਂ ਸਾਡੇ ਕੋਲ ਸਹੀ ਉੱਤਰ ਹੈ MS ਵਰਡ ਵਿੱਚ ਪੇਜ ਸੈਟਅਪ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਚੌਥਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈ ਚਾਲਿਤ ਜਾਂ ਆਟੋਮੈਟਿਕ ਗਣਨਾ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ MS ਵਿੰਡੋ, MS ਐਕਸਲ, MS ਪਾਵਰਪੁਆਇੰਟ ਤੇ ਲਾਸਟ ਹੈ MS ਵਰਡ। ਸਾਡੇ ਕੋਲ ਸਹੀ ਉੱਤਰ ਹੈ MS ਐਕਸਲ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈ ਚਾਲਿਤ ਗਣਨਾ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਡੈਸ਼ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟੈਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਫਾਰਮੈਟਿੰਗ, ਅਲਾਈਨਮੈਂਟ, ਪ੍ਰੂਫਿੰਗ ਤੇ ਲਾਸਟ ਹੈ ਫਿਲਟਰਿੰਗ। ਤਾਂ ਸਾਡੇ ਕੋਲ ਸਹੀ ਉੱਤਰ ਹੈ ਫਾਰਮੈਟਿੰਗ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟੈਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਤਾਂ ਪਹਿਲੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਅਤੇ ਡੈਸ਼ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ। ਸਾਡੇ ਕੋਲ ਦਾ ਸਹੀ ਉੱਤਰ ਹੈ ਮੈਕਸ ਅਤੇ ਮਿਨ। ਦੂਸਰਾ ਪ੍ਰਸ਼ਨ ਹੈ ਫਿਲਟਰ ਵਿਕਲਪ ਐਕਸਲ ਦੀ ਡੈਸ਼ ਟੈਬ ਵਿੱਚ ਉਪਲਬਧ ਹੈ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਫਿਲਟਰ ਵਿਕਲਪ ਐਕਸਲ ਦੀ ਡਾਟਾ ਟੈਬ ਵਿੱਚ ਉਪਲਬਧ ਹੈ। ਤੀਸਰਾ ਪ੍ਰਸ਼ਨ ਹੈ ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਤਾਂ ਟੈਕਸਟ ਨੂੰ ਮਿਟਾਉਣ ਲਈ ਡੈਸ਼ ਬਟਨ ਵਰਤਿਆ ਜਾਂਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਬੈਕਸਪੇਸ। ਚੌਥਾ ਪ੍ਰਸ਼ਨ ਹੈ ਪੇਜ ਸੈਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ਡੈਸ਼ ਅਤੇ ਡੈਸ਼ ਹਨ। ਸਾਡੇ ਕੋਲ ਦਾ ਸਹੀ ਉੱਤਰ ਹੈ ਪੇਜ ਸੈਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ਪੋਰਟਰੇਟ ਅਤੇ ਲੈਂਡਸਕੇਪ ਹਨ। ਪੰਜਵਾਂ ਪ੍ਰਸ਼ਨ ਹੈ ਡੈਸ਼ ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਬਰਾਬਰ ਚਿੰਨ੍ਹ ਐਕਸਲ ਜਾਂ ਗਣਨਾ ਵਿੱਚ ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ WYSI ਯਾਨੀ ਕਿ ਵਿਜ਼ ਦਾ ਪੂਰਾ ਨਾਮ ਲਿਖੋ। ਤੇ ਇਸ ਦਾ ਪੂਰਾ ਨਾਮ ਹੈ ਵਟ ਯੂ ਸੀ ਇਜ਼ ਵਟ ਯੂ ਗੈਟ। ਦੂਸਰਾ ਪ੍ਰਸ਼ਨ ਹੈ ਵਰਡ ਡਾਕੂਮੈਂਟ ਵਿੱਚ ਟੈਕਸਟ ਨੂੰ ਮੂਵ ਕਰਨ ਲਈ ਸ਼ਾਰਟਕਟ ਕੀ ਲਿਖੋ। ਸਾਡੇ ਕੋਲ ਦਾ ਸਹੀ ਉੱਤਰ ਹੈ Ctrl+X ਅਤੇ Ctrl+V। ਸੋ ਇਹਨਾਂ ਦੋਨਾਂ ਕੀਜ਼ ਦੀ ਵਰਤੋਂ ਕਰਦੇ ਹੋਏ ਅਸੀਂ ਟੈਕਸਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਮੂਵ ਕਰ ਸਕਦੇ ਹਾਂ। ਤੀਸਰਾ ਪ੍ਰਸ਼ਨ ਹੈ ਚਾਰ ਕਿਸਮਾਂ ਦੇ ਅਲਾਈਨਮੈਂਟ ਦਾ ਨਾਮ ਲਿਖੋ। ਪਹਿਲਾ ਹੈ ਲੈਫਟ ਅਲਾਈਨਮੈਂਟ, ਸੈਂਟਰ ਅਲਾਈਨਮੈਂਟ, ਰਾਈਟ ਅਲਾਈਨਮੈਂਟ ਅਤੇ ਜਸਟੀਫਾਈ ਅਲਾਈਨਮੈਂਟ। ਚੌਥਾ ਪ੍ਰਸ਼ਨ ਹੈ ਕਿਹੜਾ ਐਕਸਲ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਦਾ ਸਹੀ ਉੱਤਰ ਹੈ ਕਨਕੈਟੀਨੇਟ ਐਕਸਲ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਪੰਜਵਾਂ ਪ੍ਰਸ਼ਨ ਹੈ ਕਿਸੇ ਵੀ ਦੋ ਫੌਂਟ ਦੇ ਨਾਮ ਲਿਖੋ ਜੋ ਕਿ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤੇ ਜਾ ਸਕਦੇ ਹਨ।
ਸਾਡੇ ਕੋਲ ਸਹੀ ਉੱਤਰ ਹੈ ਅਨਮੋਲ ਲਿਪੀ, ਰਾਵੀ, ਜੋਏ ਜਾਂ ਅਸੀਸ। ਤਾਂ ਇਹ ਸਾਰੇ ਫੌਂਟ ਦੀ ਵਰਤੋਂ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਇਹਨਾਂ ਨੂੰ ਵਰਤਿਆ ਜਾਂਦਾ ਹੈ। ਅੱਗੇ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਐਕਸਲ ਕੀ ਹੈ। ਸੋ MS ਐਕਸਲ ਇੱਕ ਪਾਵਰਫੁਲ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਤੁਹਾਨੂੰ ਡਾਟਾ ਨੂੰ ਸੰਭਾਲਣ, ਗਣਨਾਵਾਂ ਕਰਨ, ਨਤੀਜਿਆਂ ਤੱਕ ਪਹੁੰਚਾਉਣ, ਗ੍ਰਾਫ ਤਿਆਰ ਕਰਨ, ਡਾਟਾ ਨੂੰ ਪ੍ਰੋਫੈਸ਼ਨਲ ਤਰੀਕੇ ਵਾਂਗ ਦਿਖਣ ਵਾਲੀ ਰਿਪੋਰਟ ਤਿਆਰ ਕਰਨ, ਡਾਟਾ ਨੂੰ ਵੈਬਸਾਈਟ 'ਤੇ ਪਬਲਿਸ਼ ਕਰਨ ਅਤੇ ਰੀਅਲ ਟਾਈਮ ਡਾਟਾ ਤੱਕ ਪਹੁੰਚ ਕਰਨ ਦੀ ਸੁਵਿਧਾ ਦਿੰਦਾ ਹੈ। ਦੂਸਰਾ ਪ੍ਰਸ਼ਨ ਹੈ ਫਾਰਮੈਟਿੰਗ ਡਿਟੇਲ ਵਿੱਚ ਦੱਸੋ। ਟੈਕਸਟ ਨੂੰ ਫਾਰਮੈਟ ਕਰਨ ਤੋਂ ਭਾਵ ਹੈ ਫੌਂਟ ਦੀ ਸ਼ੈਲੀ ਨੂੰ ਬਦਲਣਾ, ਜਿਸ ਵਿੱਚ ਮੁੱਢਲੇ ਕੰਮ ਫੌਂਟ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਦਾ ਰੰਗ ਬਦਲਣਾ, ਟੈਕਸਟ ਨੂੰ ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ ਆਦਿ ਹਨ। ਫਾਰਮੈਟਿੰਗ ਰਾਹੀਂ ਅਸੀਂ ਟੈਕਸਟ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ। ਤੀਸਰਾ ਪ੍ਰਸ਼ਨ ਹੈ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ। ਸੋ ਪ੍ਰਿੰਟ ਪ੍ਰੀਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਇਹ ਦਰਸਾਉਂਦੀ ਹੈ ਕਿ ਡਾਕੂਮੈਂਟ ਨੂੰ ਪੇਪਰ ਉੱਪਰ ਪ੍ਰਿੰਟ ਕਰਨ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਨਾਲ ਨਜ਼ਰ ਆਵੇਗਾ। ਸੋ ਪ੍ਰਿੰਟ ਕਮਾਂਡ ਰਾਹੀਂ ਅਸੀਂ ਪ੍ਰਿੰਟਰ ਦੀ ਚੋਣ, ਪੇਪਰ ਸਾਈਜ਼, ਪੇਜ ਓਰੀਐਂਟੇਸ਼ਨ ਆਦਿ ਦੀ ਸੈਟਿੰਗ ਕਰਕੇ ਡਾਕੂਮੈਂਟ ਪ੍ਰਿੰਟ ਕਰ ਸਕਦੇ ਹਾਂ। ਚੌਥਾ ਪ੍ਰਸ਼ਨ ਹੈ MS ਐਕਸਲ ਵਿੱਚ ਫਾਰਮੂਲੇ ਕੀ ਹੁੰਦੇ ਹਨ। ਸੋ MS ਐਕਸਲ ਵਿੱਚ ਅਸੀਂ ਫਾਰਮੂਲੇ ਦੀ ਵਰਤੋਂ ਕਰਕੇ ਸਕੂਲ ਦੇ ਨਤੀਜਿਆਂ, ਗ੍ਰੇਡਿੰਗ ਅਤੇ ਵਿਦਿਆਰਥੀਆਂ ਦੀ ਫੀਸ ਆਦਿ ਵਿੱਚ ਸ਼ਾਮਲ ਗਣਨਾ ਕਰਵਾ ਸਕਦੇ ਹਾਂ। ਫਾਰਮੂਲਾ ਹਮੇਸ਼ਾ ਬਰਾਬਰ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। ਫਾਰਮੂਲੇ ਦੇ ਉਦਾਹਰਨ ਜਿਵੇਂ ਕਿ ਦੇਖ ਪਾ ਰਹੇ ਹੋ, = D12 + D13। ਇਸ ਵਿੱਚ D ਕਾਲਮ ਦਾ ਨਾਂ ਹੈ ਅਤੇ 12 ਰੋ ਦਾ ਨੰਬਰ ਹੈ। ਉਸੇ ਤਰ੍ਹਾਂ ਨਾਲ +D ਕਾਲਮ ਦਾ ਨੰਬਰ ਹੈ ਅਤੇ 13 ਰੋ ਦਾ ਨਾਮ ਹੈ। ਇਸ ਵਿੱਚ ਉਹ ਦਰਸਾ ਰਿਹਾ ਹੈ ਕਿ D12 ਸੈੱਲ ਐਡਰੈਸ 'ਚ ਕੀ ਪਿਆ ਹੋਇਆ ਅਤੇ D13 ਸੈੱਲ ਐਡਰੈਸ 'ਚ ਕੀ ਪਿਆ ਹੋਇਆ। ਜੋ ਵੀ ਇਹਨਾਂ ਵਿੱਚ ਮੁੱਲ ਹੋਏਗਾ ਉਹਦੇ ਉੱਪਰ ਪਲੱਸ ਆਪਰੇਟਰ ਲੱਗਾ ਹੋਇਆ ਤੇ ਦੋਵਾਂ ਨਾਲ ਜੋੜ ਕਰਕੇ ਉਸ ਸੈੱਲ ਵਿੱਚ ਉਸ ਦਾ ਟੋਟਲ ਜਿਹੜਾ ਜੋੜ ਹੈ ਉਹ ਦਿਖਾ ਦੇਵੇਗਾ। ਉਸੇ ਤਰ੍ਹਾਂ ਦੂਸਰੀ ਉਦਾਹਰਨ ਵਿੱਚ ਬਰਾਬਰ A4 - A5। ਸੋ A4 ਵੀ ਸੈੱਲ ਦਾ ਐਡਰੈਸ ਹੈ, A5 ਵੀ ਸੈੱਲ ਦਾ ਐਡਰੈਸ ਹੈ। ਤੇ ਇਹਨਾਂ ਦੋਨਾਂ ਸੈੱਲ ਐਡਰੈਸ ਵਿੱਚ ਜੋ ਵੀ ਮੁੱਲ ਪਿਆ ਹੋਏਗਾ ਉਹ ਦੋਵਾਂ ਨੂੰ ਘਟਾ ਕੇ ਜੋ ਉਸ ਦਾ ਸ਼ੇਸ਼ ਬਚੇਗਾ ਉਸ ਨੂੰ ਸੈੱਲ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਸੇ ਤਰ੍ਹਾਂ ਨਾਲ ਤੀਸਰੀ ਉਦਾਹਰਨ ਵਿੱਚ ਬਰਾਬਰ C5 = D6 × E2। ਤੇ ਇਹ ਕੀ ਕਰੇਗਾ, C5 ਅਤੇ D6 ਵਿੱਚ ਜੋ ਮੁੱਲ ਪਏ ਹੋਏ ਨੇ ਉਹਨਾਂ ਨੂੰ ਜਮ੍ਹਾਂ ਕਰਕੇ ਉਸ ਨੂੰ E2 ਦੇ ਨਾਲ ਗੁਣਾ ਕਰ ਦੇਵੇਗਾ। ਉਸ ਤੋਂ ਬਾਅਦ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਤੁਸੀਂ ਐਕਸਲ ਵਿਚਲੀ ਫਾਰਮੂਲਾ ਬਾਰ ਬਾਰੇ ਕੀ ਜਾਣਦੇ ਹੋ। ਸੋ ਫਾਰਮੂਲਾ ਬਾਰ MS ਐਕਸਲ ਦੇ ਸਭ ਤੋਂ ਮਹੱਤਵਪੂਰਨ ਭਾਗਾਂ ਵਿੱਚੋਂ ਇੱਕ ਹੈ। ਫਾਰਮੂਲਾ ਬਾਰ ਐਕਸਲ ਵਿੰਡੋ ਦੇ ਸਿਖਰ ਤੇ ਅਤੇ ਰੀਬਨ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ। ਫਾਰਮੂਲਾ ਬਾਰ ਦੇ ਦੋ ਭਾਗ ਹੁੰਦੇ ਹਨ। ਪਹਿਲਾ ਭਾਗ ਨੇਮ ਬਾਕਸ ਜੋ ਕਿ ਸੈੱਲ ਦੇ ਐਡਰੈਸ ਨੂੰ ਦਰਸਾਉਂਦਾ ਹੈ ਅਤੇ ਦੂਜਾ ਭਾਗ ਫੰਕਸ਼ਨ ਜੋ ਕਿ ਟਾਈਪ ਕੀਤੇ ਗਏ ਡਾਟਾ ਜਾਂ ਫਾਰਮੂਲੇ ਨੂੰ ਦਰਸਾਉਂਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ ਮਾਰਜਨ ਕੀ ਹਨ। ਇੱਕ ਮਾਰਜਨ ਜਾਂ ਹਾਸ਼ੀਆ ਟੈਕਸਟ ਅਤੇ ਡਾਕੂਮੈਂਟ ਦੇ ਕਿਨਾਰੇ ਦੇ ਵਿਚਕਾਰ ਦੀ ਸਪੇਸ ਜਾਂ ਖਾਲੀ ਜਗ੍ਹਾ ਹੈ। ਇੱਕ ਨਵੇਂ ਡਾਕੂਮੈਂਟ ਦਾ ਮਾਰਜਨ ਨਾਰਮਲ ਤੇ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ ਅਤੇ ਇਸ ਦੇ 4 ਹਿੱਸੇ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਟੌਪ ਜਾਂ ਉੱਪਰਲਾ ਮਾਰਜਨ, ਦੂਸਰਾ ਹੈ ਬੋਟਮ ਜਾਂ ਹੇਠਲਾ ਮਾਰਜਨ, ਤੀਸਰਾ ਹੈ ਲੈਫਟ ਜਾਂ ਖੱਬੇ ਪਾਸੇ ਵਾਲਾ ਮਾਰਜਨ, ਚੌਥਾ ਹੈ ਰਾਈਟ ਜਾਂ ਸੱਜੇ ਪਾਸੇ ਵਾਲਾ ਮਾਰਜਨ। ਸੋ ਡਾਕੂਮੈਂਟ ਵਿੱਚ ਇਹਨਾਂ 4 ਮਾਰਜਨਾਂ ਨੂੰ 1-1 ਇੰਚ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ, ਜਿਸ ਨੂੰ ਅਸੀਂ ਆਪਣੀ ਲੋੜ ਮੁਤਾਬਕ ਬਦਲ ਵੀ ਸਕਦੇ ਹਾਂ। ਸੋ ਅੱਗੇ ਸਾਡੇ ਕੋਲ ਹੈ ਵੱਡੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਵਰਡ ਪ੍ਰੋਸੈਸਰ ਕੀ ਹਨ, ਉਹਨਾਂ ਦੀ ਵਰਤੋਂ ਬਾਰੇ ਦੱਸੋ। ਸੋ ਵਰਡ ਪ੍ਰੋਸੈਸਰ ਇੱਕ ਅਜਿਹਾ ਐਪਲੀਕੇਸ਼ਨ ਸੌਫਟਵੇਅਰ ਹੈ ਜੋ ਕਿ ਯੂਜ਼ਰ ਨੂੰ ਦਸਤਾਵੇਜ਼ ਬਣਾਉਣ, ਐਡਿਟ ਕਰਨ, ਪ੍ਰਿੰਟ ਕਰਨ ਦੀ ਆਗਿਆ ਦਿੰਦਾ ਹੈ। ਵਰਡ ਪ੍ਰੋਸੈਸਰ ਸਾਨੂੰ ਟੈਕਸਟ ਲਿਖਣ, ਡਾਟਾ ਨੂੰ ਇਲੈਕਟ੍ਰੋਨਿਕ ਢੰਗ ਨਾਲ ਸਟੋਰ ਕਰਨ, ਡਾਟੇ ਨੂੰ ਸਕਰੀਨ 'ਤੇ ਪ੍ਰਦਰਸ਼ਿਤ ਕਰਨ ਅਤੇ ਕੀਬੋਰਡ ਤੋਂ ਹਦਾਇਤਾਂ ਅਤੇ ਅੱਖਰਾਂ ਨੂੰ ਦਾਖਲ ਕਰਕੇ ਦਰੁਸਤ ਕਰਨ ਅਤੇ ਪ੍ਰਿੰਟ ਕਰਨ ਦੇ ਯੋਗ ਬਣਾਉਂਦਾ ਹੈ। ਵਰਡ ਪ੍ਰੋਸੈਸਰਾਂ ਸੌਫਟਵੇਅਰ ਦੀ ਵਰਤੋਂ ਹੇਠਾਂ ਦਿੱਤੇ ਗਏ ਕੰਮਾਂ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਪਹਿਲਾ ਕੰਮ ਹੈ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼, ਚਿੱਠੀ ਪੱਤਰ ਆਦਿ ਤਿਆਰ ਕਰਨ ਲਈ। ਦੂਸਰਾ ਹੈ ਦਸਤਾਵੇਜ਼ਾਂ ਨੂੰ
ਫਾਰਮੈਟ ਕਰਨ ਲਈ। ਤੀਸਰਾ ਹੈ ਨਿੱਜੀ ਅਤੇ ਵਪਾਰਕ ਉਦੇਸ਼ਾਂ ਲਈ ਲੈਟਰ ਹੈਡ ਬਣਾਉਣ ਲਈ। ਅਗਲਾ ਸਾਡੇ ਕੋਲ ਪ੍ਰਸ਼ਨ ਹੈ MS ਵਰਡ ਵਿੱਚ ਪ੍ਰੂਫਿੰਗ ਵਿਕਲਪਾਂ ਦਾ ਵਰਣਨ ਕਰੋ। ਸੋ MS ਵਰਡ ਡਾਕੂਮੈਂਟ ਵਿੱਚ ਗਲਤੀਆਂ ਨੂੰ ਹਾਈਲਾਈਟ ਕਰਨ ਲਈ ਡਾਕੂਮੈਂਟ ਨੂੰ ਚੈੱਕ ਵੀ ਕਰ ਸਕਦਾ ਹੈ ਕਿ ਗਲਤ ਤਰੀਕੇ ਨਾਲ ਕੋਮਾ ਜਾਂ ਸਹੀ ਸ਼ਬਦ ਜੋੜ ਜੋ ਗਲਤ ਤਰੀਕੇ ਨਾਲ ਵਰਤੇ ਤਾਂ ਨਹੀਂ ਜਾ ਰਹੇ। ਇਸ ਦੇ ਲਈ ਪ੍ਰੂਫਿੰਗ ਆਪਸ਼ਨ ਮੁਹੱਈਆ ਕਰਵਾਇਆ ਗਿਆ ਹੈ। ਪ੍ਰੂਫਿੰਗ ਆਪਸ਼ਨ ਡਾਕੂਮੈਂਟ ਵਿੱਚ ਕੋਈ ਗਲਤੀ ਹੋਣ ਤੇ ਵਰਡ ਦੀ ਸਟੇਟਸ ਬਾਰ ਵਿੱਚ ਨਜ਼ਰ ਆਉਂਦਾ ਹੈ। ਪ੍ਰੂਫਿੰਗ ਆਪਸ਼ਨ ਸਾਨੂੰ ਆਪਣੇ ਡਾਕੂਮੈਂਟ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਆਟੋ ਕਰੈਕਟ ਅਤੇ ਸਪੈਲਿੰਗ ਅਤੇ ਗ੍ਰਾਮਰ ਚੈੱਕ ਵਰਗੀਆਂ ਕਮਾਂਡਾਂ ਮੁਹੱਈਆ ਕਰਵਾਉਂਦਾ ਹੈ, ਜਿਸ ਵਿੱਚ ਸਾਡੇ ਕੋਲ ਪਹਿਲੀ ਕਿਸਮ ਹੈ ਆਟੋ ਕਰੈਕਟ। ਸੋ MS ਵਰਡ ਵਿੱਚ ਅਸੀਂ ਆਪਣੇ ਡਾਕੂਮੈਂਟ ਵਿੱਚ ਟਾਈਪਿੰਗ ਦੌਰਾਨ ਕੁਝ ਟੈਕਸਟ ਵਿੱਚ ਸਪੈਲਿੰਗ ਗਲਤੀ ਹੋਣ ਕਰਕੇ ਉਸ ਨੂੰ ਆਟੋ ਕਰੈਕਟ ਆਪਸ਼ਨ ਰਾਹੀਂ ਦਰੁਸਤ ਕਰ ਸਕਦੇ ਹਾਂ। ਸੋ ਆਟੋ ਕਰੈਕਟ ਆਪਸ਼ਨ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੇ ਗਲਤ ਸ਼ਬਦ ਅਤੇ ਉਹਨਾਂ ਦੇ ਸਹੀ ਸ਼ਬਦ ਸ਼ਾਮਲ ਕੀਤੇ ਗਏ ਹੁੰਦੇ ਹਨ ਅਤੇ ਜਦੋਂ ਵੀ ਟਾਈਪਿੰਗ ਦੌਰਾਨ ਕਿਸੇ ਵੀ ਵਰਡ ਦੇ ਗਲਤ ਸਪੈਲਿੰਗ ਟਾਈਪ ਹੋ ਜਾਂਦੇ ਹਨ ਤਾਂ ਆਟੋ ਕਰੈਕਟ ਉਸ ਵਰਡ ਨੂੰ ਰੀਡ ਕਰਕੇ ਸਹੀ ਵਰਡ ਨਾਲ ਬਦਲ ਦਿੰਦਾ ਹੈ। ਦੂਸਰੀ ਕਿਸਮ ਹੈ ਸਪੈਲਿੰਗ ਅਤੇ ਗ੍ਰਾਮਰ ਚੈੱਕ। ਸੋ MS ਵਰਡ ਡਾਕੂਮੈਂਟ ਵਿੱਚ ਸਪੈਲਿੰਗ ਅਤੇ ਗ੍ਰਾਮਰ ਦੀਆਂ ਗਲਤੀਆਂ ਨੂੰ ਜਾਂਚ ਕਰਨ ਦੀ ਸੁਵਿਧਾ ਵੀ ਦਿੰਦਾ ਹੈ। ਇਹ ਸਪੈਲਿੰਗ ਨਾਲ ਸੰਬੰਧਿਤ ਗਲਤੀ ਵਾਲੇ ਸ਼ਬਦ ਹੇਠਾਂ ਲਾਲ ਰੰਗ ਦੀ ਵੇਵੀ ਲਾਈਨ ਅਤੇ ਗ੍ਰਾਮਰ ਨਾਲ ਸੰਬੰਧਿਤ ਗਲਤੀਆਂ ਵਾਲੇ ਟੈਕਸਟ ਦੇ ਹੇਠਾਂ ਹਰੇ ਰੰਗ ਦੀ ਵੇਵੀ ਲਾਈਨ ਅਤੇ ਫਾਰਮੈਟਿੰਗ ਨਾਲ ਸੰਬੰਧਿਤ ਗਲਤੀ ਲਈ ਨੀਲੇ ਰੰਗ ਦੀ ਵੇਵੀ ਲਾਈਨ ਦਰਸਾਉਂਦਾ ਹੈ। ਸੋ ਡਾਕੂਮੈਂਟ ਵਿੱਚ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਲਈ ਫੰਕਸ਼ਨ ਕੀ F7 ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਐਕਸਲ ਵਿੱਚ ਉਪਲਬਧ ਪੇਜ ਸੈਟਅਪ ਅਤੇ ਪ੍ਰਿੰਟਿੰਗ ਵਿਕਲਪਾਂ ਦੀ ਵਿਆਖਿਆ ਕਰੋ। ਸੋ ਐਕਸਲ ਵਿੱਚ ਪੇਜ ਸੈਟਅਪ ਰਾਹੀਂ ਅਸੀਂ ਆਪਣੀ ਸਪਰੈਡਸ਼ੀਟ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਐਕਸਲ ਸਾਨੂੰ ਆਪਣਾ ਪੇਜ ਸੈਟਅਪ ਕਰਨ ਲਈ ਬਹੁਤ ਸਾਰੇ ਵਿਕਲਪ ਦਿੰਦਾ ਹੈ। ਸੋ ਪੇਜ ਲੇਆਊਟ ਟੈਬ ਦੇ ਪੇਜ ਸੈਟਅਪ ਗਰੁੱਪ ਵਿੱਚ ਹੇਠ ਲਿਖੀਆਂ ਕਮਾਂਡਾਂ ਵਰਤੀਆਂ ਜਾਂਦੀਆਂ ਹਨ, ਜਿਸ ਵਿੱਚ ਪਹਿਲੀ ਹੈ ਮਾਰਜਨ। ਇਸ ਦੀ ਵਰਤੋਂ ਰਿਪੋਰਟ ਤਿਆਰ ਕਰਨ ਲਈ 3 ਪ੍ਰੀ-ਸੈਟ ਮਾਰਜਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਜਾਂ ਪੇਜ ਸੈਟਅਪ ਡਾਇਲੌਗ ਬਾਕਸ ਦੇ ਮਾਰਜਨ ਟੈਬ ਤੋਂ ਕਸਟਮ ਮਾਰਜਨ ਨੂੰ ਸੈੱਟ ਕਰਨ ਲਈ ਕੀਤੀ ਜਾ ਸਕਦੀ ਹੈ। ਦੂਸਰਾ ਹੈ ਓਰੀਐਂਟੇਸ਼ਨ। ਪੇਜ ਨੂੰ ਪ੍ਰਿੰਟ ਕਰਨ ਲਈ ਪੋਰਟਰੇਟ ਜਾਂ ਲੈਂਡਸਕੇਪ ਮੋਡ ਵਿੱਚ ਬਦਲਣ ਲਈ ਇਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਤੀਸਰਾ ਪੁਆਇੰਟ ਹੈ ਸਾਈਜ਼। ਸਾਈਜ਼ ਆਪਸ਼ਨ ਦੀ ਵਰਤੋਂ ਪ੍ਰੀ-ਸੈਟ ਪੇਪਰ ਸਾਈਜ਼ ਵਿੱਚੋਂ ਇੱਕ ਨੂੰ ਚੁਣਨ, ਇੱਕ ਕਸਟਮ ਆਕਾਰ ਸੈੱਟ ਕਰਨ ਜਾਂ ਪੇਜ ਨੰਬਰ ਆਦਿ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਚੌਥਾ ਹੈ ਪ੍ਰਿੰਟ ਏਰੀਆ। ਇਹ ਆਪਸ਼ਨ ਪ੍ਰਿੰਟ ਏਰੀਆ ਸੈੱਟ ਕਰਨ ਜਾਂ ਹਟਾਉਣ ਲਈ ਵਰਤਿਆ ਜਾਂਦਾ ਹੈ। ਪੰਜਵਾਂ ਹੈ ਬ੍ਰੇਕ। ਇਸ ਦੀ ਵਰਤੋਂ ਪੇਜ ਬ੍ਰੇਕ ਲਾਗੂ ਕਰਨ ਜਾਂ ਹਟਾਉਣ ਲਈ ਕੀਤੀ ਜਾਂਦੀ ਹੈ। ਛੇਵਾਂ ਪੁਆਇੰਟ ਹੈ ਬੈਕਗਰਾਊਂਡ। ਬੈਕਗਰਾਊਂਡ ਆਪਸ਼ਨ ਦੀ ਵਰਤੋਂ ਵਰਕਸ਼ੀਟ ਵਿੱਚ ਇੱਕ ਨਵੀਂ ਬੈਕਗਰਾਊਂਡ ਵਰਤਣ ਲਈ ਇੱਕ ਨਵਾਂ ਗ੍ਰਾਫਿਕ ਜਾਂ ਫੋਟੋ ਲਗਾਉਣ ਲਈ ਕੀਤੀ ਜਾ ਸਕਦੀ ਹੈ। ਸੱਤਵਾਂ ਪੁਆਇੰਟ ਹੈ ਪ੍ਰਿੰਟ ਟਾਈਟਲ। ਇਸ ਆਪਸ਼ਨ ਦੀ ਵਰਤੋਂ ਕਿਸੇ ਰਿਪੋਰਟ ਵਿੱਚ ਵਰਕਸ਼ੀਟ ਦੀ ਕਤਾਰ ਦੇ ਨੰਬਰ ਨੂੰ ਵਰਕਸ਼ੀਟ ਵਿੱਚ ਅਤੇ ਕਾਲਮ ਦੇ ਟਾਈਟਲ ਨੂੰ ਹਰੇਕ ਪੇਜ ਤੇ ਦੁਹਰਾਉਣ ਲਈ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਐਕਸਲ ਵਿੱਚ ਫੰਕਸ਼ਨ ਕੀ ਹੁੰਦੇ ਹਨ। ਉਦਾਹਰਨ ਦੇ ਨਾਲ ਕਿਸੇ ਵੀ ਦੋ ਫੰਕਸ਼ਨਾਂ ਦੀ ਵਿਆਖਿਆ ਕਰੋ। ਇੱਕ ਫੰਕਸ਼ਨ ਫਾਰਮੂਲੇ ਬਣਾਉਣ ਲਈ ਇੱਕ ਸਵੈ ਚਾਲਤ ਵਿਧੀ ਪ੍ਰਦਾਨ ਕਰਦਾ ਹੈ। ਫੰਕਸ਼ਨ ਇੱਕ ਪਹਿਲਾਂ ਤੋਂ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਜੋ ਕਿਸੇ ਵਿਸ਼ੇਸ਼ ਕ੍ਰਮ ਵਿੱਚ ਵਿਸ਼ੇਸ਼ ਮੁੱਲ ਦੀ ਵਰਤੋਂ ਕਰਕੇ ਗਣਨਾ ਕਰਦਾ ਹੈ। MS ਐਕਸਲ ਵਿੱਚ ਸਮ, ਐਵਰੇਜ, ਕਾਊਂਟ, ਮੈਕਸ ਅਤੇ ਮਿਨ ਆਦਿ ਫੰਕਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਫੰਕਸ਼ਨ ਹੈ ਸਮ। ਸੋ ਐਕਸਲ ਵਿੱਚ ਸਮ ਫੰਕਸ਼ਨ ਸਪਲਾਈ ਕੀਤੇ ਮੁੱਲ ਦੇ ਜੋੜ ਦੀ ਰਕਮ ਵਾਪਸ ਕਰਦਾ ਹੈ। ਸਮ ਫੰਕਸ਼ਨ ਮੁੱਲਾਂ ਨੂੰ ਜੋੜਦਾ ਹੈ। ਇਸ ਵਿੱਚ ਅਸੀਂ ਮੁੱਲ, ਸੈੱਲ ਦਾ ਐਡਰੈਸ ਜਾਂ ਸੈੱਲਾਂ ਦੀ ਰੇਂਜ ਤਿੰਨੋਂ ਸ਼ਾਮਲ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਸਿੰਟੈਕਸ ਵਿੱਚ ਦੇਖ ਪਾ ਰਹੇ ਹੋ, ਜਦੋਂ ਵੀ ਅਸੀਂ ਸਮ ਦਾ ਫਾਰਮੂਲਾ ਸ਼ੁਰੂ ਕਰਨਾ ਹੁੰਦਾ ਹੈ, ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਬਰਾਬਰ ਦੇ ਚਿੰਨ੍ਹ ਤੋਂ ਬਾਅਦ SUM ਸਮ ਲਿਖਦੇ ਹਾਂ। ਉਸ ਤੋਂ ਬਾਅਦ ਲੈਫਟ ਬ੍ਰੈਕਟ, ਜਿਸ ਨੂੰ ਪੈਰੇਂਥੀਸਿਸ ਕਹਿੰਦੇ ਹਾਂ, ਲੈਫਟ ਬ੍ਰੈਕਟ ਸ਼ੁਰੂ ਕਰਾਂਗੇ। ਫਿਰ ਪਹਿਲਾ ਮੁੱਲ, ਕੋਮਾ, ਦੂਸਰਾ ਮੁੱਲ, ਕੋਮਾ, ਤੀਸਰਾ ਮੁੱਲ। ਇਸੇ ਤਰ੍ਹਾਂ ਨਾਲ
ਜਿੰਨੇ ਵੀ ਮੁੱਲ ਨੂੰ ਤੁਸੀਂ ਜਮ੍ਹਾਂ ਕਰਨਾ ਚਾਹੁੰਦੇ ਹੋ ਉਹ ਸਾਰੇ ਮੁੱਲ ਨੂੰ ਤੁਸੀਂ ਇਸ ਵਿੱਚ ਲਿਖ ਸਕਦੇ ਹੋ। ਤੇ ਮੁੱਲ 1 ਦੀ ਜਗ੍ਹਾ ਤੁਸੀਂ ਸੈੱਲ ਦਾ ਐਡਰੈਸ ਵੀ ਲਿਖ ਸਕਦੇ ਹੋ। ਜੇਕਰ ਤੁਸੀਂ ਸੈੱਲ ਦੇ ਐਡਰੈਸ ਲਿਖਦੇ ਹੋ ਤੇ ਇੱਕ ਸੈੱਲ ਪਹਿਲਾਂ A1 A2 A3 ਇਸ ਤਰ੍ਹਾਂ ਨਾਲ ਤੁਸੀਂ ਸੈੱਲ ਦੇ ਜਿਹੜੇ ਐਡਰੈਸ ਹੈ ਉਸ ਨੂੰ ਦਰਸਾ ਸਕਦੇ ਹੋ। ਸੈੱਲ ਦੇ ਐਡਰੈਸ ਤੋਂ ਇਲਾਵਾ ਜੇਕਰ ਤੁਸੀਂ ਸੈੱਲ ਦੀ ਰੇਂਜ ਲਿਖਣੀ ਹੈ ਜਿਹਦਾ A1 ਤੋਂ ਲੈ ਕੇ A10 ਤੱਕ ਦੇ ਸੈੱਲ ਦੇ ਜਿਹੜੇ ਤੁਸੀਂ ਜੋੜ ਕਰਨਾ ਚਾਹੁੰਦੇ ਹੋ ਤਾਂ A1 ਕੋਲਨ A10 ਲਿਖ ਕੇ ਤੁਸੀਂ ਬ੍ਰੈਕਟ ਨੂੰ ਬੰਦ ਕਰ ਦੋਗੇ। ਜਿਵੇਂ ਕਿ ਸੱਜੇ ਪਾਸੇ ਉਦਾਹਰਨ 'ਚ ਦੇਖ ਪਾ ਰਹੇ ਹੋ, ਇਸ ਵਿੱਚ B ਕਾਲਮ ਦੇ ਵਿੱਚ B2 B3 ਅਤੇ B4 ਵਿੱਚ ਜਿਹੜੇ ਸੈੱਲ ਹੈ ਇਹਨਾਂ ਦਾ ਅਸੀਂ ਜੋੜ ਕਰਨਾ ਚਾਹੁੰਦੇ ਹਾਂ। ਇਸ ਵਿੱਚ ਅਸੀਂ ਇਸਦੀ ਸੀਰੀਜ਼ ਲਿਖੀ ਹੈ ਬਰਾਬਰ ਸਮ ਬ੍ਰੈਕਟ ਸ਼ੁਰੂ B2 ਕੋਲਨ B4 ਬ੍ਰੈਕਟ ਬੰਦ। ਇਸ ਤਰ੍ਹਾਂ ਦੇ ਨਾਲ ਅਸੀਂ ਤਿੰਨਾਂ ਜਿਹੜੇ ਸਾਡੇ ਕੋਲ ਸੈੱਲ ਹੈ ਇਹਨਾਂ ਦਾ ਅਸੀਂ ਜੋੜ ਸਮ ਫੰਕਸ਼ਨ ਰਾਹੀਂ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਫੰਕਸ਼ਨ ਹੈ ਕਾਊਂਟ। ਐਕਸਲ ਵਿੱਚ ਕਾਊਂਟ ਫੰਕਸ਼ਨ ਸੈੱਲਾਂ ਦੀ ਗਿਣਤੀ ਕਰਦਾ ਹੈ ਜਿਸ ਵਿੱਚ ਨੰਬਰ ਹੁੰਦੇ ਹਨ ਅਤੇ ਆਰਗੂਮੈਂਟ ਦੀ ਸੂਚੀ ਵਿੱਚ ਨੰਬਰ ਗਿਣਦਾ ਹੈ। ਕਾਊਂਟ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਨੰਬਰ ਫੀਲਡ ਵਿੱਚ ਐਂਟਰੀਆਂ ਦੀ ਗਿਣਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਵੇਂ ਕਿ ਸਿੰਟੈਕਸ ਵਿੱਚ ਦੇਖ ਪਾ ਰਹੇ ਹੋ, ਬਰਾਬਰ ਕਾਊਂਟ ਬ੍ਰੈਕਟ ਓਪਨ ਮੁੱਲ 1 ਮੁੱਲ 2 ਮੁੱਲ 3 ਡੈਸ਼ ਤੇ ਬ੍ਰੈਕਟ ਬੰਦ ਕਰ ਦੇਣੀ। ਤੇ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਸੈੱਲਾਂ ਵਿੱਚ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਕਿਹੜੇ ਸੈੱਲਾਂ ਵਿੱਚ ਨੰਬਰ ਐਂਟਰ ਕੀਤੇ ਗਏ ਨੇ ਤੇ ਉਹਨਾਂ ਦੀ ਗਿਣਤੀ ਕਿੰਨੀ ਹੈ ਤੇ ਟੋਟਲ ਦੱਸ ਦੇਗਾ ਵੀ ਕਿੰਨੇ ਸੈੱਲਾਂ ਵਿੱਚ ਕਿੰਨੇ ਸੈੱਲਾਂ ਵਿੱਚ ਨੰਬਰ ਐਂਟਰ ਕੀਤੇ ਗਏ ਹਨ। ਜਿਵੇਂ ਤੁਸੀਂ ਉਦਾਹਰਨ ਵਿੱਚ ਦੇਖ ਪਾ ਰਹੇ ਹੋ ਕਿ B2 B3 B4 ਸੈੱਲਾਂ ਵਿੱਚ ਅਸੀਂ ਨੰਬਰ ਐਂਟਰ ਕੀਤੇ ਹੋਏ ਆ ਤਾਂ ਦੱਸ ਰਿਹਾ ਹੈ ਕੁੱਲ 3 ਸੈੱਲ ਹੈ ਜਿਨ੍ਹਾਂ ਵਿੱਚ ਅਸੀਂ ਨੰਬਰ ਐਂਟਰ ਕੀਤੇ ਹੋਏ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਟਾਈਪਿੰਗ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸੋ। ਟਾਈਪਿੰਗ ਕਰਨ ਲਈ 2 ਤਰੀਕੇ ਵਰਤੇ ਜਾਂਦੇ ਹਨ ਜਿਸ ਵਿੱਚ ਪਹਿਲਾ ਹੈ ਟੱਚ ਟਾਈਪਿੰਗ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾਂ ਸਾਰੀਆਂ ਉਂਗਲਾਂ ਨਾਲ ਕਦਮ ਦਰ ਕਦਮ ਟਾਈਪਿੰਗ ਕਰਨਾ ਸਿੱਖ ਸਕਦੇ ਹਾਂ। ਜੇਕਰ ਅਸੀਂ ਟਾਈਪ ਕਰਨ ਸਮੇਂ ਕੀਬੋਰਡ ਉੱਪਰ ਕੀਜ਼ ਲੱਭਦੇ ਰਹਾਂਗੇ ਤਾਂ ਨਤੀਜੇ ਵਜੋਂ ਸਾਡੀ ਜਿਹੜੀ ਟਾਈਪਿੰਗ ਸਪੀਡ ਹੈ ਉਹ ਬਹੁਤ ਘੱਟ ਹੋ ਜਾਵੇਗੀ ਜਾਂ ਬਹੁਤ ਹੌਲੀ ਹੋ ਜਾਵੇਗੀ। ਇਸ ਤਕਨੀਕ ਨੂੰ ਸਿੱਖਣ ਲਈ ਕੋਈ ਵੀ ਟਾਈਪਿੰਗ ਸੌਫਟਵੇਅਰ ਵਰਤਿਆ ਜਾ ਸਕਦਾ ਹੈ। ਦੂਸਰੀ ਇਸ ਦਾ ਤਰੀਕਾ ਹੈ ਆਵਾਜ਼ ਟਾਈਪਿੰਗ। ਇਹ ਇੱਕ ਤਰ੍ਹਾਂ ਨਾਲ ਇੱਕ ਸਪੀਚ ਰੈਕੋਗਨੀਸ਼ਨ ਪ੍ਰੋਗਰਾਮ ਹੈ ਜੋ ਯੂਜ਼ਰ ਵੱਲੋਂ ਬੋਲੇ ਗਏ ਸ਼ਬਦਾਂ ਨੂੰ ਲਿਖਤੀ ਜਾਂ ਅੱਖਰੀ ਭਾਸ਼ਾ ਵਿੱਚ ਬਦਲਦਾ ਹੈ। ਹੁਣ ਅਸੀਂ ਸੀ ਵਿੱਚ ਕੰਟਰੋਲ ਸਟੇਟਮੈਂਟ ਪਾਰਟ ਦਾ ਅਭਿਆਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ, ਜਿਸ ਵਿੱਚ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਜੇ ਆਪਸ਼ਨ ਹੈ ਫੋਰ, ਬ੍ਰੇਕ, ਇਫ ਜਾਂ ਵਾਈਲ। ਸੋ ਹੇਠ ਲਿਖਿਆਂ ਵਿੱਚੋਂ ਜਿਹੜੀ ਇਫ ਸਟੇਟਮੈਂਟ ਹੈ ਉਸ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। ਦੂਸਰਾ ਸਾਡੇ ਕੋਲ ਹੈ ਸਵਿਚ ਕੇਸ ਡੈਸ਼ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਇਫ ਐਲਸ, ਇਫ, ਬ੍ਰੇਕ ਜਾਂ ਗੋ ਟੂ। ਸੋ ਸਵਿਚ ਕੇਸ ਇਫ ਐਲਸ, ਇਫ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ। ਤੀਸਰਾ ਸਾਡੇ ਕੋਲ ਖਾਲੀ ਬਹੁਪਸੰਦੀ ਪ੍ਰਸ਼ਨ ਹੈ ਸਵਿਚ ਸਟੇਟਮੈਂਟ ਵਿੱਚ ਡੈਸ਼ ਕੇਸ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਸੋ ਸਵਿਚ ਸਟੇਟਮੈਂਟ ਵਿੱਚ ਬ੍ਰੇਕ ਸਟੇਟਮੈਂਟ ਕੇਸ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥਾ ਪੁਆਇੰਟ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਫੋਰ, ਵਾਈਲ, ਡੂ ਵਾਈਲ ਜਾਂ ਕੰਟੀਨਿਊ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਡੂ ਵਾਈਲ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ। ਅੱਗੇ ਪੰਜਵੀਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਵਾਈਲ, ਕੰਟੀਨਿਊ, ਗੋ ਟੂ ਜਾਂ ਬ੍ਰੇਕ। ਸੋ ਹੇਠ ਲਿਖਿਆਂ ਵਿੱਚੋਂ ਜਿਹੜੀ ਵਾਈਲ ਲੂਪ ਹੈ ਉਹ ਜੰਪਿੰਗ ਸਟੇਟਮੈਂਟ ਨਹੀਂ ਹੈ। ਅੱਗੇ ਸਾਡੇ ਕੋਲ ਹੈ ਖਾਲੀ ਥਾਵਾਂ ਭਰੋ। ਪਹਿਲਾ ਪ੍ਰਸ਼ਨ ਹੈ ਡੈਸ਼ ਲੂਪ ਵਿੱਚ ਕੁਝ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਸੋ ਸਾਡੇ ਕੋਲ ਹੈ ਪ੍ਰੀ ਟੈਸਟ ਲੂਪ। ਦੂਸਰਾ ਸਾਡੇ ਕੋਲ ਹੈ ਡੈਸ਼ ਲੂਪ ਵਿੱਚ ਕੰਟਰੋਲ ਨੂੰ ਲੂਪ ਦੀ ਬੋਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ। ਤਾਂ ਸਾਡੇ ਕੋਲ ਹੈ ਪੋਸਟ ਟੈਸਟ ਲੂਪ ਨੂੰ ਵਿੱਚ ਕੰਟਰੋਲ ਨੂੰ ਲੂਪ ਦੀ ਬੋਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ। ਤੀਸਰਾ ਹੈ ਲੂਪ ਵਿੱਚ ਕੁਝ ਸਟੇਟਮੈਂਟਾਂ ਨੂੰ ਛੱਡਣ ਲਈ ਡੈਸ਼ ਸਟੇਟਮੈਂਟ ਵਰਤੀ ਜਾਂਦੀ ਹੈ। ਸੋ ਲੂਪ ਵਿੱਚ ਕੁਝ ਸਟੇਟਮੈਂਟ ਨੂੰ ਛੱਡਣ ਲਈ ਕੰਟੀਨਿਊ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਚੌਥਾ ਪ੍ਰਸ਼ਨ ਹੈ ਡੈਸ਼ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਸੋ ਸਵਿਚ ਕੇਸ ਸਾਡੇ ਕੋਲ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਪੰਜਵਾਂ ਹੈ ਬ੍ਰੇਕ ਸਟੇਟਮੈਂਟਾਂ ਨੂੰ ਡੈਸ਼ ਸਟੇਟਮੈਂਟਾਂ ਵਿੱਚ
ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਸੋ ਬ੍ਰੇਕ ਸਟੇਟਮੈਂਟਾਂ ਨੂੰ ਸਵਿਚ ਸਟੇਟਮੈਂਟਾਂ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਕੀ ਅਖਵਾਉਂਦਾ ਹੈ? ਉਸ ਨੂੰ ਅਸੀਂ ਨੈਸਟਡ ਇਫ ਕਹਿੰਦੇ ਹਾਂ। ਦੂਸਰਾ ਹੈ, ਸੀ ਭਾਸ਼ਾ ਵਿੱਚ ਪ੍ਰੋਗਰਾਮਾਂ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਵਰਤੇ ਜਾਂਦੇ ਹਨ? ਤਾਂ ਸਾਡੇ ਕੋਲ ਹੈ ਬ੍ਰਾਂਚਿੰਗ ਕੰਟਰੋਲ ਸਟੇਟਮੈਂਟ। ਤੀਸਰਾ ਹੈ, ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ? ਸੋ ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਸਾਡੇ ਕੋਲ ਕੰਟੀਨਿਊ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ। ਚੌਥਾ ਪ੍ਰਸ਼ਨ ਹੈ, ਕਿਹੜੀਆਂ ਸਟੇਟਮੈਂਟ ਕਮਾਂਡਾਂ ਨੂੰ ਦੁਹਰਾਉਣ ਦਾ ਕੰਮ ਕਰਦੀਆਂ ਹਨ? ਸਾਡੇ ਕੋਲ ਇਸਦਾ ਉੱਤਰ ਹੈ ਗੋ ਟੂ। ਉਸ ਤੋਂ ਬਾਅਦ ਸਾਡੇ ਕੋਲ ਛੋਟੇ ਉੱਤਰ ਦਾ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ, ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ। ਇਸ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਾਂ ਦੇ ਨਾਂ ਲਿਖੋ। ਸੋ ਉਹ ਸਟੇਟਮੈਂਟਾਂ ਜੋ ਪ੍ਰੋਗਰਾਮ ਦੇ ਚੱਲਣ ਦੌਰਾਨ ਇੱਕ ਬ੍ਰਾਂਚ ਜਾਂ ਦੂਜੀ ਬ੍ਰਾਂਚ ਦੀ ਚੋਣ ਕਰਦੀਆਂ ਹਨ, ਉਹਨਾਂ ਨੂੰ ਬ੍ਰਾਂਚਿੰਗ ਸਟੇਟਮੈਂਟ ਕਿਹਾ ਜਾਂਦਾ ਹੈ। ਇਹਨਾਂ ਸਟੇਟਮੈਂਟਾਂ ਦੀ ਵਰਤੋਂ ਫੈਸਲਾ ਲੈਣ ਦੇ ਕੰਮਾਂ ਲਈ ਜਾਂ ਇੱਕ ਤੋਂ ਜ਼ਿਆਦਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਵਰਤੀ ਜਾਂਦੀ ਹੈ। ਸੋ ਬ੍ਰਾਂਚਿੰਗ ਸਟੇਟਮੈਂਟ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਕੰਡੀਸ਼ਨਲ ਕੰਟਰੋਲ ਸਟੇਟਮੈਂਟ, ਦੂਸਰਾ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਲੂਪਿੰਗ ਕੀ ਹੈ? ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟ ਦੇ ਨਾਂ ਲਿਖੋ। ਸੋ ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ ਜਦੋਂ ਸਾਨੂੰ ਸਟੇਟਮੈਂਟਾਂ ਦੇ ਬਲੋਕ ਨੂੰ ਕਈ ਵਾਰ ਚਲਾਉਣ ਜਾਂ ਦੁਹਰਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆ ਕਰਵਾਉਂਦੀਆਂ ਹਨ ਅਤੇ ਉਹ ਇਹ ਵੀ ਨਿਯੰਤਰਣ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ ਜਾਂ ਜਾ ਸਕਦਾ ਹੈ। ਅੱਗੇ ਲੂਪਿੰਗ ਦੀਆਂ ਸਾਡੇ ਕੋਲ ਤਿੰਨ ਵੱਖ-ਵੱਖ ਕਿਸਮਾਂ ਨੇ, ਫੋਰ ਲੂਪ, ਵਾਈਲ ਲੂਪ ਅਤੇ ਡੂ ਵਾਈਲ ਲੂਪ। ਅੱਗੇ ਸਾਡੇ ਕੋਲ ਤੀਜਾ ਪ੍ਰਸ਼ਨ ਹੈ, ਨੈਸਟਡ ਇਫ ਸਟੇਟਮੈਂਟ ਕੀ ਹੈ? ਇਸ ਦੀ ਬਣਤਰ ਬਾਰੇ ਲਿਖੋ। ਜਦੋਂ ਇੱਕ ਇਫ ਕੰਡੀਸ਼ਨ ਦੇ ਸਟੇਟਮੈਂਟ ਬਲੋਕ ਵਿੱਚ ਇੱਕ ਹੋਰ ਇਫ ਕੰਡੀਸ਼ਨ ਜਾਂ ਇਫ ਐਲਸ ਕੰਡੀਸ਼ਨ ਦੇ ਸਟੇਟਮੈਂਟ ਬਲੋਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨੂੰ ਨੈਸਟਡ ਇਫ ਸਟੇਟਮੈਂਟ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਫ ਸਟੇਟਮੈਂਟ ਦਾ ਬਲੋਕ ਉਸ ਸਮੇਂ ਕੰਮ ਕਰੇਗਾ ਜਦੋਂ ਬਾਹਰੀ ਇਫ ਸਟੇਟਮੈਂਟ ਦੀ ਕੰਡੀਸ਼ਨ ਅਤੇ ਅੰਦਰੂਨੀ ਇਫ ਸਟੇਟਮੈਂਟ ਦੀ ਕੰਡੀਸ਼ਨ ਦੋਵੇਂ ਹੀ ਸਹੀ ਹੋਣ। ਅੱਗੇ ਇਸ ਦੀ ਬਣਤਰ ਹੈ, ਬਣਤਰ ਨੂੰ ਤੁਸੀਂ ਵੇਖ ਸਕਦੇ ਹੋ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ, ਇਫ ਐਲਸ ਸਟੇਟਮੈਂਟ ਕੀ ਹੈ? ਇਫ ਐਲਸ ਸਟੇਟਮੈਂਟ ਲਈ ਇੱਕ ਪ੍ਰੋਗਰਾਮ ਲਿਖੋ। ਸੋ ਇਫ ਐਲਸ ਸਟੇਟਮੈਂਟ ਰਾਹੀਂ ਵੀ ਅਸੀਂ ਸਟੇਟਮੈਂਟ ਦੇ ਲਾਗੂ ਕਰਨ ਦੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹਾਂ। ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਸ਼ਰਤਾਂ ਦੇ ਆਧਾਰ 'ਤੇ ਕੋਈ ਫੈਸਲਾ ਲੈਣਾ ਚਾਹੁੰਦੇ ਹਾਂ ਜਾਂ ਪ੍ਰੋਗਰਾਮ ਤੋਂ ਕੋਈ ਖਾਸ ਕੰਮ ਕਰਵਾਉਣਾ ਚਾਹੁੰਦੇ ਹਾਂ ਤਾਂ ਅਸੀਂ ਇਫ ਐਲਸ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਜੇਕਰ ਇਫ ਕੰਡੀਸ਼ਨ ਸਹੀ ਸਾਬਿਤ ਹੁੰਦੀ ਹੈ ਤਾਂ ਇਫ ਬਲੋਕ ਲਾਗੂ ਕਰਨ ਹੁੰਦਾ ਹੈ ਅਤੇ ਐਲਸ ਭਾਗ ਨੂੰ ਛੱਡ ਦਿੱਤਾ ਜਾਂਦਾ ਹੈ, ਅਤੇ ਜੇਕਰ ਇਫ ਸਟੇਟਮੈਂਟ ਦੇ ਗਲਤ ਹੋਣ ਦੀ ਸਥਿਤੀ ਵਿੱਚ ਸਿਰਫ ਐਲਸ ਭਾਗ ਦਾ ਲਾਗੂ ਕਰਨ ਹੀ ਹੁੰਦਾ ਹੈ। ਸੋ ਅੱਗੇ ਤੁਸੀਂ ਪ੍ਰੋਗਰਾਮ ਦੇਖ ਪਾ ਰਹੇ ਹੋ, हैश इंक्लूड void में लेफ्ट ब्रेस init a equal to 20, b equal to 10, if bracket open a greater than b, left brace printf double quotation a greater than b double quote, right parenthesis close, then semicolon, then left brace else printf a is less than b। ਜਿਹੜੀ ਸੱਜੀ ਲੈਫਟ ਬ੍ਰੇਸ ਆ ਉਹ ਬੰਦ ਕਰ ਦਿੱਤੀ ਹੈ, ਗੈਚ ਤੋਂ ਬਾਅਦ ਰਾਈਟ ਬ੍ਰੇਸ। ਅਗਲੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਵਾਈ ਸਟੇਟਮੈਂਟ ਕੀ ਹੈ? ਇਸ ਦੀ ਬਣਤਰ ਲਿਖੋ। ਸੋ ਵਾਈ ਲੂਪ ਇੱਕ ਪ੍ਰੀ ਟੈਸਟ ਲੂਪ ਹੈ ਅਤੇ ਇਸ ਲੂਪ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੇ ਕੰਮ ਆਉਂਦੀ ਹੈ। ਇਸ ਲੂਪ ਲਈ ਸੀ ਭਾਸ਼ਾ ਦੇ ਵਾਈਲ ਕੀਵਰਡ ਦੀ ਵਰਤੋਂ ਕੀਤੀ ਜਾਂਦੀ ਹੈ। ਵਾਈਲ ਲੂਪ ਵਿੱਚ ਸਿਰਫ ਟੈਸਟ ਕੰਡੀਸ਼ਨ ਪਰਿਭਾਸ਼ਿਤ ਕੀਤੀ ਜਾਂਦੀ ਹੈ। ਲੂਪ ਦੇ ਸ਼ੁਰੂਆਤੀ ਭਾਗ ਨੂੰ ਵਾਈਲ ਲੂਪ ਤੋਂ ਪਹਿਲਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਅਤੇ ਲੂਪ ਦੇ ਸਟੈਪ ਸਾਈਜ਼ ਨੂੰ ਵਾਈਲ ਲੂਪ ਦੇ ਅੰਦਰ ਡਿਕਲੇਅਰ ਕੀਤਾ ਜਾਂਦਾ ਹੈ। ਅੱਗੇ ਵਾਈਲ ਲੂਪ ਦਾ ਸਿੰਟੈਕਸ ਜਾਂ ਬਣਤਰ, ਸਭ ਤੋਂ ਪਹਿਲਾਂ ਵੇਰੀਏਬਲ ਡਿਕਲੇਰੇਸ਼ਨ ਸੈਮੀਕੋਲਨ, ਵੇਰੀਏਬਲ ਇਨੀਸ਼ੀਅਲਾਈਜੇਸ਼ਨ ਸੈਮੀਕੋਲਨ, ਵਾਈਲ ਬ੍ਰੈਕਟ ਓਪਨ ਟੈਸਟ ਕੰਡੀਸ਼ਨ ਬ੍ਰੈਕਟ ਕਲੋਜ਼, ਲੈਫਟ ਬ੍ਰੇਸ ਸਟੇਟਮੈਂਟ ਬਲੌਕ ਸੈਮੀਕੋਲਨ, ਸਟੈਪ ਸਾਈਜ਼ ਸੈਮੀਕੋਲਨ, ਰਾਈਟ ਬ੍ਰੇਸ। ਅੱਗੇ ਸਾਡੇ ਕੋਲ ਹੈ ਵੱਡੇ ਉੱਤਰ ਵਾਲੇ ਪ੍ਰਸ਼ਨ। ਕੰਟਰੋਲ ਸਟੇਟਮੈਂਟ ਕੀ ਹਨ? ਉਹਨਾਂ ਦੀਆਂ ਕਿਸਮਾਂ ਲਿਖੋ। ਸੋ ਕੰਪਿਊਟਰ ਪ੍ਰੋਗਰਾਮ ਹਦਾਇਤਾਂ ਜਾਂ ਸਟੇਟਮੈਂਟ ਦਾ ਇਕੱਠ ਹੁੰਦਾ ਹੈ ਜਿਸ ਦੀ ਵਰਤੋਂ ਕੰਪਿਊਟਰ ਤੋਂ ਵਿਸ਼ੇਸ਼ ਕੰਮ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਸਟੇਟਮੈਂਟਾਂ ਪ੍ਰੋਗਰਾਮ ਵਿੱਚ ਲਿਖੀ ਤਰਤੀਬ ਅਨੁਸਾਰ ਇੱਕ ਤੋਂ ਬਾਅਦ ਇੱਕ ਲਾਗੂ ਹੁੰਦੀਆਂ ਹਨ। ਸਟੇਟਮੈਂਟ ਲਾਗੂ ਕਰਨ ਦਾ ਇਹ ਕ੍ਰਮ ਸਧਾਰਨ ਸਮੱਸਿਆਵਾਂ ਲਈ ਚੰਗਾ ਕੰਮ ਕਰਦਾ ਹੈ ਜਿੱਥੇ ਫੈਸਲਾ ਕਰਨ ਦੀ ਕੋਈ ਪ੍ਰਕਿਰਿਆ ਸ਼ਾਮਲ ਨਹੀਂ ਹੁੰਦੀ, ਪਰ ਕਈ ਵਾਰ ਇਹਨਾਂ ਸਟੇਟਮੈਂਟਾਂ
ਤੇ ਲਾਗੂ ਕਰਨ ਦੇ ਕ੍ਰਮ ਨੂੰ ਬਦਲਣ ਦੀ ਲੋੜ ਹੁੰਦੀ ਹੈ ਜਾਂ ਸਟੇਟਮੈਂਟ ਦੇ ਸਮੂਹ ਨੂੰ ਉਸ ਸਮੇਂ ਤੱਕ ਦੁਹਰਾਇਆ ਜਾਂਦਾ ਹੈ ਜਦੋਂ ਤੱਕ ਵਿਸ਼ੇਸ਼ ਹਾਲਾਤਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਉਹ ਸਟੇਟਮੈਂਟਾਂ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਪ੍ਰੋਗਰਾਮ ਦੇ ਚੱਲਣ ਦੇ ਵਹਾਅ ਨੂੰ ਕੰਟਰੋਲ ਕਰ ਸਕਦੇ ਹਾਂ ਉਹਨਾਂ ਨੂੰ ਕੰਟਰੋਲ ਸਟੇਟਮੈਂਟ ਕਿਹਾ ਜਾਂਦਾ ਹੈ। ਅੱਗੇ ਕੰਟਰੋਲ ਸਟੇਟਮੈਂਟ ਦੀਆਂ ਸਾਡੇ ਕੋਲ 3 ਕਿਸਮਾਂ ਨੇ। ਪਹਿਲੀ ਕਿਸਮ ਹੈ ਬ੍ਰਾਂਚਿੰਗ ਕੰਟਰੋਲ ਸਟੇਟਮੈਂਟ, ਦੂਸਰੀ ਲੂਪਿੰਗ ਕੰਟਰੋਲ ਸਟੇਟਮੈਂਟ, ਤੀਸਰਾ ਜੰਪਿੰਗ ਕੰਟਰੋਲ ਸਟੇਟਮੈਂਟ। ਅੱਗੇ ਦੂਸਰਾ ਆਪਰੇਸ਼ਨ ਹੈ ਸਵਿਚ ਸਟੇਟਮੈਂਟ। ਕੀ ਹੈ ਸਵਿਚ ਸਟੇਟਮੈਂਟ ਲਈ ਪ੍ਰੋਗਰਾਮ ਲਿਖੋ। ਸੋ ਜਦੋਂ ਅਸੀਂ ਕਿਸੇ ਪ੍ਰੋਗਰਾਮ ਵਿੱਚ ਇੱਕ ਤੋਂ ਵੱਧ ਇਫ ਕੰਡੀਸ਼ਨ ਦੀ ਵਰਤੋਂ ਕਰਦੇ ਹਾਂ ਤਾਂ ਪ੍ਰੋਗਰਾਮ ਗੁੰਝਲਦਾਰ ਹੋ ਜਾਂਦਾ ਹੈ, ਜਿਸ ਕਰਕੇ ਪ੍ਰੋਗਰਾਮ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੋ ਜਾਂਦਾ ਹੈ। ਇਸ ਮੁਸ਼ਕਲ ਤੋਂ ਬਚਣ ਲਈ ਸਾਨੂੰ ਸਵਿਚ ਕੇਸ ਕੰਟਰੋਲ ਸਟੇਟਮੈਂਟ ਦੀ ਵਰਤੋਂ ਕਰਨੀ ਪੈਂਦੀ ਹੈ। ਸਵਿਚ ਕੇਸ ਇਫ ਐਲਸ ਇਫ ਸਟੇਟਮੈਂਟ ਦੀ ਤਰ੍ਹਾਂ ਹੀ ਹੁੰਦੀ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੀ ਸਟੇਟਮੈਂਟ ਵਰਤਦੇ ਹਾਂ। ਸਵਿਚ ਸਟੇਟਮੈਂਟ ਵਧੇਰੇ ਕੁਸ਼ਲ ਸਟੇਟਮੈਂਟ ਹੈ ਅਤੇ ਇਸ ਨੂੰ ਪੜ੍ਹਨਾ ਸੌਖਾ ਹੈ। ਸਵਿਚ ਕੇਸ ਵਿੱਚ ਸਟੇਟਮੈਂਟਾਂ ਦੇ ਸਮੂਹ ਨੂੰ ਉਦੋਂ ਹੀ ਲਾਗੂ ਕੀਤਾ ਜਾਂਦਾ ਹੈ ਜਦੋਂ ਸਿਰਫ ਸੰਬੰਧਿਤ ਕੇਸ ਕਾਂਸਟੈਂਟ ਸਹੀ ਹੋਣ। ਜਦੋਂ ਸਾਰੇ ਕੇਸ ਕਾਂਸਟੈਂਟ ਗਲਤ ਸਾਬਿਤ ਹੁੰਦੇ ਹਨ ਤਾਂ ਕੰਟਰੋਲ ਡਿਫਾਲਟ ਪੁਆਇੰਟ 'ਤੇ ਆ ਜਾਂਦਾ ਹੈ ਅਤੇ ਉਸ ਦਾ ਲਾਗੂਕਰਨ ਕਰਦਾ ਹੈ। ਅੱਗੇ ਹੁਣ ਜਿਵੇਂ ਤੁਸੀਂ ਸਕਰੀਨ ਦੇਖ ਪਾ ਰਹੇ ਹੋ ਤਾਂ ਇਹ ਪ੍ਰੋਗਰਾਮ ਅਸੀਂ ਸਵਿਚ ਸਟੇਟਮੈਂਟ ਦਾ ਦਰਸਾਇਆ ਗਿਆ ਹੈ, ਜਿਸ ਨੂੰ ਅਸੀਂ ਇਸ ਵੀਡੀਓ ਦੇ ਦੌਰਾਨ ਪਹਿਲਾਂ ਸਮਝ ਚੁੱਕੇ ਹਾਂ। ਅਗਲਾ ਆਪਰੇਸ਼ਨ ਸਾਡੇ ਕੋਲ ਲੂਪਸ ਕੀ ਹਨ। ਲੂਪਸ ਦੀਆਂ 2 ਵੱਖ-ਵੱਖ ਸ਼੍ਰੇਣੀਆਂ ਕਿਹੜੀਆਂ ਹਨ। ਸੋ ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ ਜਦੋਂ ਸਾਨੂੰ ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆ ਕਰਵਾਉਂਦੀਆਂ ਹਨ ਅਤੇ ਇਹ ਵੀ ਨਿਯੰਤਰਣ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ। ਸੋ ਲੂਪ ਦੀਆਂ ਸਾਡੇ ਕੋਲ 2 ਕਿਸਮਾਂ ਨੇ, ਪ੍ਰੀ ਟੈਸਟ ਲੂਪ ਅਤੇ ਪੋਸਟ ਟੈਸਟ ਲੂਪ। ਚੌਥਾ ਆਪਰੇਸ਼ਨ ਹੈ ਜੰਪਿੰਗ ਸਟੇਟਮੈਂਟ। ਕੀ ਹੁੰਦੀਆਂ ਹਨ, ਇਹਨਾਂ ਦੀਆਂ ਕਿਸਮਾਂ ਦਾ ਵਰਣਨ ਕਰੋ। ਸੀ ਪ੍ਰੋਗਰਾਮਿੰਗ ਵਿੱਚ ਜੰਪਿੰਗ ਸਟੇਟਮੈਂਟ ਦੀ ਵਰਤੋਂ ਇੱਕ ਪ੍ਰੋਗਰਾਮ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਸਟੇਟਮੈਂਟਾਂ ਦੀ ਵਰਤੋਂ ਨਾਲ ਅਸੀਂ ਪ੍ਰੋਗਰਾਮ ਦੇ ਕੰਟਰੋਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਪਰ ਟ੍ਰਾਂਸਫਰ ਕਰ ਸਕਦੇ ਹਾਂ। ਸੋ ਜੰਪਿੰਗ ਸਟੇਟਮੈਂਟ ਦੀਆਂ ਸਾਡੇ ਕੋਲ 3 ਕਿਸਮਾਂ ਨੇ, ਬ੍ਰੇਕ ਸਟੇਟਮੈਂਟ, ਕੰਟੀਨਿਊ ਸਟੇਟਮੈਂਟ ਅਤੇ ਗੋ ਟੂ ਸਟੇਟਮੈਂਟ। ਅੱਗੇ ਪੰਜਵਾਂ ਆਪਰੇਸ਼ਨ ਹੈ ਡੂ ਵਾਈਲ ਲੂਪ। ਕੀ ਹੈ ਇਹ ਵਾਈਲ ਲੂਪ ਤੋਂ ਕਿਵੇਂ ਭਿੰਨ ਹੈ। ਸੀ ਭਾਸ਼ਾ ਵਿੱਚ ਵਰਤੀ ਜਾਣ ਵਾਲੀ ਇਸ ਲੂਪ ਨੂੰ ਪੋਸਟ ਟੈਸਟ ਲੂਪ ਕਿਹਾ ਜਾਂਦਾ ਹੈ। ਇਸ ਲੂਪ ਵਿੱਚ ਵੀ ਸਾਨੂੰ ਲੂਪ ਦੇ 3 ਭਾਗ, ਲੂਪ ਦਾ ਸ਼ੁਰੂਆਤੀ ਭਾਗ, ਟੈਸਟ ਕੰਡੀਸ਼ਨ ਅਤੇ ਲੂਪ ਦੇ ਸਟੈਪ ਸਾਈਜ਼ ਦੀ ਜ਼ਰੂਰਤ ਪੈਂਦੀ ਹੈ। ਇਸ ਲੂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੰਡੀਸ਼ਨ ਸਭ ਤੋਂ ਅਖੀਰ ਵਿੱਚ ਚੈੱਕ ਹੁੰਦੀ ਹੈ, ਭਾਵ ਕਿ ਜਦੋਂ ਵੀ ਸਾਨੂੰ ਆਪਣੇ ਪ੍ਰੋਗਰਾਮ ਵਿੱਚ ਲੂਪ ਦੇ ਸਟੇਟਮੈਂਟ ਬਲਾਕ ਨੂੰ ਘੱਟ ਤੋਂ ਘੱਟ ਇੱਕ ਵਾਰ ਲਾਗੂ ਕਰਵਾਉਣਾ ਹੋਵੇ ਤਾਂ ਅਸੀਂ ਇਸ ਲੂਪ ਦੀ ਵਰਤੋਂ ਕਰਾਂਗੇ। ਸੋ ਅੱਗੇ ਅਸੀਂ ਹੁਣ ਜਾਣਦੇ ਹਾਂ ਵੀ ਵਾਈਲ ਲੂਪ ਡੂ ਵਾਈਲ ਲੂਪ ਤੋਂ ਕਿਵੇਂ ਭਿੰਨ ਹੈ। ਸੋ ਡੂ ਵਾਈਲ ਲੂਪ ਇੱਕ ਪੋਸਟ ਟੈਸਟ ਲੂਪ ਹੈ, ਜਦਕਿ ਵਾਈਲ ਲੂਪ ਪ੍ਰੀ ਟੈਸਟ ਲੂਪ ਹੈ। ਸੋ ਵਾਈਲ ਲੂਪ ਵਿੱਚ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਅਤੇ ਕੰਡੀਸ਼ਨ ਦੇ ਸਹੀ ਹੋਣ ਦੀ ਸੂਰਤ ਵਿੱਚ ਹੀ ਲੂਪ ਦੀ ਬੋਡੀ ਦਾ ਲਾਗੂਕਰਨ ਹੁੰਦਾ ਹੈ, ਜਦਕਿ ਡੂ ਵਾਈਲ ਲੂਪ ਵਿੱਚ ਪਹਿਲਾਂ ਲੂਪ ਦੀ ਬੋਡੀ ਦਾ ਲਾਗੂਕਰਨ ਹੁੰਦਾ ਹੈ, ਫਿਰ ਕੰਡੀਸ਼ਨ ਚੈੱਕ ਹੁੰਦੀ ਹੈ। ਸੋ ਡੂ ਵਾਈਲ ਲੂਪ ਵਿੱਚ ਕੰਡੀਸ਼ਨ ਜੇਕਰ ਸਹੀ ਹੋਵੇ ਜਾਂ ਨਾ ਹੋਵੇ ਜਾਂ ਪਹਿਲਾਂ ਹੀ ਗਲਤ ਹੋ ਜਾਵੇ ਤਾਂ ਵੀ ਡੂ ਵਾਈਲ ਲੂਪ ਦੀ ਜਿਹੜੀ ਬੋਡੀ ਦਾ ਲਾਗੂਕਰਨ ਇੱਕ ਵਾਰ ਜ਼ਰੂਰ ਹੁੰਦਾ ਹੈ, ਜਦਕਿ ਵਾਈਲ ਲੂਪ ਵਿੱਚ ਜੇਕਰ ਪਹਿਲਾਂ ਸਭ ਤੋਂ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ, ਜੇਕਰ ਕੰਡੀਸ਼ਨ ਫਾਲਸ ਹੋ ਜਾਵੇ ਤਾਂ ਲੂਪ ਇੱਕ ਵਾਰ ਵੀ ਉਸਦੀ ਜਿਹੜੀ ਬੋਡੀ ਨੂੰ ਲਾਗੂ ਨਹੀਂ ਕਰਦਾ। ਅੱਗੇ ਸਾਡੇ ਕੋਲ ਹੈ ਕੰਪਿਊਟਰ ਨੈਟਵਰਕ ਪਾਠ ਦਾ ਅਭਿਆਸ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਇੱਕ ਕੰਪਿਊਟਰ ਡੈਸ਼ ਕੰਪਿਊਟਰ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। ਸਾਡੇ ਕੋਲ ਇਸ ਦੇ ਆਪਸ਼ਨ ਹੈ ਨੈਟਵਰਕ, ਸਿਸਟਮ, ਪ੍ਰੋਟੋਕੋਲ ਜਾਂ ਇੰਟਰਨੈਟ। ਸਾਡੇ ਕੋਲ ਦਾ ਸਹੀ ਉੱਤਰ ਹੈ ਇੱਕ ਕੰਪਿਊਟਰ ਨੈਟਵਰਕ ਕੰਪਿਊਟਰਾਂ ਦਾ ਸਮੂਹ ਹੈ ਜੋ ਕਿ ਇਕੱਠੇ ਜੁੜੇ ਹੋਏ ਹਨ। ਅੱਗੇ ਦੂਸਰਾ ਸਾਡੇ ਕੋਲ ਖਾਲੀ ਥਾਂ ਹੈ ਜਾਂ ਬਹੁਪਸੰਦੀ ਪ੍ਰਸ਼ਨ ਹੈ ਡੈਸ਼ ਅਸਲ ਵਿੱਚ ਮਲਟੀ ਪੋਰਟ ਰਿਪੀਟਰ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਹਬ, ਦੂਸਰਾ ਸਵਿਚ, ਤੀਸਰਾ ਰਾਊਟਰ ਅਤੇ ਚੌਥਾ ਬ੍ਰਿਜ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਰਾਊਟਰ ਅਸਲ ਵਿੱਚ ਮਲਟੀ ਪੋਰਟ ਰਿਪੀਟਰ ਹੈ। ਅੱਗੇ ਸਾਡੇ ਕੋਲ ਤੀਸਰਾ ਬਹੁਪਸੰਦੀ ਪ੍ਰਸ਼ਨ ਹੈ ਡੈਸ਼ ਇੱਕ 2 ਪੋਰਟ ਉਪਕਰਨ ਹੈ। ਸਾਡੇ ਕੋਲ ਜੋ ਆਪਸ਼ਨ ਹੈ ਹਬ, ਸਵਿਚ, ਰਾਊਟਰ ਜਾਂ ਬ੍ਰਿਜ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਬ੍ਰਿਜ ਇੱਕ 2 ਪੋਰਟ ਉਪਕਰਨ ਹੈ। ਤੀਸਰਾ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ ਵਾਈਫਾਈ ਦਾ ਅਰਥ ਹੈ ਡੈਸ਼। ਸਾਡੇ ਕੋਲ ਜੋ ਆਪਸ਼ਨ ਹੈ ਪਹਿਲਾ ਵਾਇਰਲੈਸ ਫੀਲਡ,
दूसरा है वायरलेस फाइडेलिटी, तीसरा वायर फायर, ਤੇ ਚੌਥਾ ਹੈ ਵਾਇਰ ਫਿਡੈਲਿਟੀ। तो साढ़े कोल इसका सही उत्तर है वाईफाई का अर्थ है वायरलैस फाइडेलिटी। पंजवीं साढ़े कोल बहुपसंदी प्रश्न है, डैश एक ब्रिज ਅਤੇ ਰਾਊਟਰ ਦਾ ਸੁਮੇਲ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਵਿਚ, ਬ੍ਰਿਜ, ਹੱਬ ਜਾਂ ਬਰਾਊਟਰ। ਸਾਡੇ ਕੋਲ ਦਾ ਸਹੀ ਉੱਤਰ ਹੈ ਬਰਾਊਟਰ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ। ਅੱਗੇ ਸਾਡੇ ਕੋਲ ਪੂਰੇ ਰੂਪ ਲਿਖੋ। ਪਹਿਲਾਂ ਸਾਡੇ ਕੋਲ ਯੂਟੀਪੀ, ਯੂਟੀਪੀ ਦਾ ਪੂਰਾ ਨਾਮ ਹੁੰਦਾ ਅਨਸ਼ੀਲਡਡ ਟਵਿਸਟਡ ਪੇਅਰ। दूसरा साढ़े को FTP, FTP का पूरा नाम होता फाइल ट्रांसफर प्रोटोकॉल। तीसरा साढ़े को SMTP, SMTP का पूरा नाम है सिंपल मेल ट्रांसफर प्रोटोकॉल। चौथा साढ़े को POP, POP का पूरा नाम होता पोस्ट ऑफिस प्रोटोकॉल। पंजवां है HTTP, जिसका पूरा नाम है हाइपर टेक्स्ट ट्रांसफर प्रोटोकॉल। उस तो बाद छेवां साढ़े को मैक, मैक का पूरा नाम है मीडिया एक्सेस कंट्रोल एड्रैस। अगे हम असं छोटे उत्तर वाले प्रश्न बारे पढ़ांगे। पहला साढ़े को प्रश्न है ਨੈਟਵਰਕ ਕੀ ਹੁੰਦਾ ਹੈ। ਕੰਪਿਊਟਰ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈਟਵਰਕ ਵਿੱਚ ਤਾਰਾਂ, ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈਡ ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ, ਸਰੋਤਾਂ ਦੀ ਸਾਂਝ ਕੀਤੀ ਜਾ ਸਕੇ। ਨੈਟਵਰਕ ਰਾਹੀਂ ਕਈ ਯੂਜ਼ਰਾਂ ਵਿਚਕਾਰ ਸੌਫਟਵੇਅਰ ਅਤੇ ਹਾਰਡਵੇਅਰ ਸਰੋਤਾਂ ਦੀ ਸਾਂਝ ਕਰ ਸਕਦੇ ਹਨ। ਕੰਪਿਊਟਰ ਵਿੱਚ ਨੈਟਵਰਕ ਕਨੈਕਸ਼ਨ ਕੇਬਲ ਤਾਰਾਂ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਰਾਹੀਂ ਟੈਲੀਫੋਨ ਤਾਰਾਂ ਜਾਂ ਹੋਰ ਲੰਮੀ ਦੂਰੀ ਵਾਲੇ ਸੈਟੇਲਾਈਟ ਲਿੰਕ ਰਾਹੀਂ ਵੀ ਨੈਟਵਰਕ ਕਨੈਕਸ਼ਨ ਬਣਾਏ ਜਾ ਸਕਦੇ ਹਨ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਵੱਖ-ਵੱਖ ਕਿਸਮਾਂ ਦੀਆਂ OSI ਲੇਅਰਾਂ ਬਾਰੇ ਲਿਖੋ। ਸਾਡੇ ਕੋਲ OSI ਲੇਅਰ ਵਿੱਚ ਕੁੱਲ 7 ਲੇਅਰਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲੀ ਹੈ ਫਿਜ਼ੀਕਲ ਲੇਅਰ, ਦੂਸਰੀ ਡਾਟਾ ਲਿੰਕ ਲੇਅਰ, ਤੀਸਰੀ ਨੈਟਵਰਕ ਲੇਅਰ, ਚੌਥੀ ਟਰਾਂਸਪੋਰਟ ਲੇਅਰ, ਪੰਜਵੀਂ ਸੈਸ਼ਨ ਲੇਅਰ, ਛੇਵੀਂ ਪ੍ਰੈਜੈਂਟੇਸ਼ਨ ਲੇਅਰ, ਸੱਤਵੀਂ ਐਪਲੀਕੇਸ਼ਨ ਲੇਅਰ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਬ੍ਰਿਜ ਕੀ ਹੈ। ਸੋ ਬ੍ਰਿਜ ਇੱਕ ਅਜਿਹਾ ਉਪਕਰਨ ਹੈ ਜੋ ਦੋ ਵੱਖਰੇ ਨੈਟਵਰਕਾਂ ਨੂੰ ਆਪਸ ਵਿੱਚ ਅਤੇ ਕਿਸੇ ਹੋਰ ਨੈਟਵਰਕ ਸੈਗਮੈਂਟ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਬ੍ਰਿਜ ਡਾਟਾ ਪੈਕਟ ਨੂੰ ਅੱਗੇ ਭੇਜਣ ਲਈ ਇੱਕ ਮੈਕ ਐਡਰੈਸ ਸੂਚਨਾ ਦੀ ਵਰਤੋਂ ਕਰਦਾ ਹੈ। ਇਹ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਤੇ ਉਹੀ ਪੈਕਟ ਭੇਜਦਾ ਹੈ ਜੋ ਉਸ ਨਾਲ ਸੰਬੰਧਿਤ ਹੁੰਦੇ ਹਨ। ਸੋ ਬ੍ਰਿਜ ਦੀ ਇੱਕ ਇਨਪੁਟ ਅਤੇ ਆਊਟਪੁੱਟ ਦੋ ਪੋਰਟਾਂ ਹੁੰਦੀਆਂ ਹਨ। ਸੋ ਬ੍ਰਿਜ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ। ਪਹਿਲੇ ਪਾਰਦਰਸ਼ੀ ਬੇਸਿਕ ਬ੍ਰਿਜ, ਦੂਸਰਾ ਹੈ ਸੋਰਸ ਰੂਟਿੰਗ ਬ੍ਰਿਜ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਸਾਨੂੰ ਨੈਟਵਰਕ ਦੀ ਜ਼ਰੂਰਤ ਕਿਉਂ ਪੈਂਦੀ ਹੈ। ਜਿਸ ਦਾ ਸਾਡੇ ਕੋਲ ਪਹਿਲਾ ਕਾਰਨ ਕੰਪਿਊਟਰ ਫਾਈਲਾਂ ਨੂੰ ਸਾਂਝਾ ਕਰਨ ਲਈ, ਕੰਪਿਊਟਰ ਦੇ ਵੱਖ-ਵੱਖ ਹਾਰਡਵੇਅਰ ਭਾਗਾਂ ਦੀ ਸਾਂਝ ਕਰਨ ਲਈ, ਤੀਸਰਾ ਹੈ ਕੰਪਿਊਟਰ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਯੋਗ ਬਣਾਉਣ ਲਈ, ਚੌਥਾ ਹੈ ਸੰਚਾਰ ਦੀ ਗਤੀ ਅਤੇ ਸ਼ੁੱਧਤਾ ਨੂੰ ਵਧਾਉਣ ਲਈ, ਪੰਜਵਾਂ ਹੈ ਡਾਟਾ ਟਰਾਂਸਫਰ ਦੀ ਕੀਮਤ ਘਟਾਉਣ ਲਈ, ਛੇਵਾਂ ਹੈ ਗਰੁੱਪ ਵਿੱਚ ਕੰਮ ਕਰਨ ਲਈ, ਤੇ ਸੱਤਵਾਂ ਹੈ ਨੈਟਵਰਕ ਰਾਹੀਂ ਕੰਮ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਲਈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਗਾਈਡਡ ਮੀਡੀਆ ਕੀ ਹੈ। ਸੋ ਕੰਪਿਊਟਰ ਨੈਟਵਰਕਿੰਗ ਵਿੱਚ ਕੰਪਿਊਟਰ ਅਤੇ ਸੰਚਾਰ ਯੰਤਰ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਲਈ ਸਿਗਨਲ ਦੀ ਵਰਤੋਂ ਕਰਦੇ ਹਨ ਅਤੇ ਇਹ ਸਿਗਨਲ ਇਲੈਕਟ੍ਰੋਮੈਗਨੈਟਿਕ ਊਰਜਾ ਦੇ ਰੂਪ ਵਿੱਚ ਵੱਖ-ਵੱਖ ਯੰਤਰਾਂ ਵਿਚਕਾਰ ਸੰਚਾਰ ਕਰਦੇ ਹਨ। ਇੱਕ ਸੰਚਾਰ ਮਾਧਿਅਮ ਕੋਈ ਵੀ ਸਮੱਗਰੀ ਪਦਾਰਥ ਹੁੰਦਾ ਹੈ ਜਿਹੜਾ ਲਹਿਰਾਂ ਜਾਂ ਊਰਜਾ ਨੂੰ ਫੈਲਾਉਂਦਾ ਹੈ। ਇਸ ਵਿੱਚ ਡਾਟਾ ਤਾਂਬੇ ਦੀਆਂ ਤਾਰਾਂ, ਫਾਈਬਰ ਆਪਟੀਕਲ ਤਾਰ, ਕੋਐਕਸੀਅਲ ਕੇਬਲ ਰਾਹੀਂ ਸੰਚਾਰ ਕਰਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, ਅਨਗਾਈਡਡ ਮੀਡੀਆ ਕੀ ਹੈ। ਸੋ ਅਨਗਾਈਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਸੰਚਾਰ ਕਰਦਾ ਹੈ। ਸੋ ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਅੱਗੇ ਸਾਡੇ ਕੋਲ ਸੱਤਵਾਂ ਪ੍ਰਸ਼ਨ ਹੈ, ਪ੍ਰੋਟੋਕੋਲ ਨੂੰ ਪਰਿਭਾਸ਼ਿਤ ਕਰੋ। ਸੋ ਕੰਪਿਊਟਰ ਨੈਟਵਰਕ ਵਿੱਚ ਸੂਚਨਾ ਨੂੰ ਸਹੀ ਢੰਗ ਨਾਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਇਹਨਾਂ ਨਿਯਮਾਂ ਨੂੰ ਹੀ ਪ੍ਰੋਟੋਕੋਲ ਕਿਹਾ ਜਾਂਦਾ ਹੈ। ਤਾਂ ਕਿਸੇ ਨੈਟਵਰਕ ਨਾਲ ਜੁੜੇ ਯੰਤਰ ਆਪਸ ਵਿੱਚ ਕਿਵੇਂ ਗੱਲਬਾਤ ਕਰਨਗੇ, ਉਹਨਾਂ ਵੀ ਡਾਟਾ ਕਿਸ ਫਾਰਮੈਟ ਵਿੱਚ ਟ੍ਰਾਂਸਫਰ ਹੋਵੇਗਾ ਅਤੇ ਡਾਟਾ ਪ੍ਰਾਪਤ ਹੋਣ ਤੋਂ ਬਾਅਦ ਕੀ ਹੋਵੇਗਾ, ਇਹ ਪ੍ਰੋਟੋਕੋਲ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਬਿਨਾਂ ਪ੍ਰੋਟੋਕੋਲ ਦੇ ਕੋਈ ਵੀ ਕੰਪਿਊਟਰ ਨੈਟਵਰਕ ਕੰਮ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਇਸ ਤੋਂ ਬਿਨਾਂ ਇੰਟਰਨੈਟ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ, ਨੈਟਵਰਕ ਯੰਤਰ ਕੀ ਹਨ। ਕਿਸੇ ਵੀ 3 ਨੈਟਵਰਕ ਯੰਤਰਾਂ ਦਾ ਵਰਣਨ ਕਰੋ। ਇਸ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਨੈਟਵਰਕ ਯੰਤਰ ਬਾਰੇ ਜਾਣ ਲੈਂਦੇ ਹਾਂ। ਨੈਟਵਰਕ ਯੰਤਰ ਉਹ ਹਾਰਡਵੇਅਰ ਹੁੰਦਾ ਹੈ ਜੋ ਕਿ ਇੱਕ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ।
ਇਹ ਨੈਟਵਰਕ ਇੱਕ ਘਰ ਜਾਂ ਦਫ਼ਤਰ ਵਿੱਚ ਵਰਤਿਆ ਜਾਣ ਵਾਲਾ ਛੋਟਾ ਨੈਟਵਰਕ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਵਰਤਿਆ ਜਾਣ ਵਾਲਾ ਵੱਡਾ ਨੈਟਵਰਕ ਵੀ ਹੋ ਸਕਦਾ ਹੈ। ਸੋ ਵੱਖ-ਵੱਖ ਕਿਸਮਾਂ ਦੇ ਸਾਡੇ ਕੋਲ ਨੈਟਵਰਕ ਡਿਵਾਈਸ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਹੱਬ। ਹੱਬ ਇੱਕ ਨੈਟਵਰਕਿੰਗ ਯੰਤਰ ਹੈ ਜੋ ਹਰੇਕ ਕੰਪਿਊਟਰ ਜਾਂ ਇਸ ਨਾਲ ਜੁੜੇ ਈਥਰਨੈਟ ਆਧਾਰਿਤ ਉਪਕਰਨ ਲਈ ਡਾਟਾ ਪ੍ਰਸਾਰਿਤ ਕਰਦਾ ਹੈ। ਕਿਸੇ ਇੱਕ ਨੈਟਵਰਕ ਵਿੱਚ ਜਦੋਂ ਇੱਕ ਕੰਪਿਊਟਰ ਸੂਚਨਾ ਲਈ ਕਿਸੇ ਵਿਸ਼ੇਸ਼ ਕੰਪਿਊਟਰ ਨੂੰ ਬੇਨਤੀ ਕਰਦਾ ਹੈ ਤਾਂ ਹੱਬ ਉਸ ਬੇਨਤੀ ਨੂੰ ਪ੍ਰਾਪਤ ਕਰਕੇ ਅੱਗੇ ਮੇਨ ਕੰਪਿਊਟਰ ਤੱਕ ਭੇਜ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ 'ਤੇ ਉਪਲਬਧ ਕਰਵਾਉਂਦਾ ਹੈ ਅਤੇ ਇਸ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਦੂਸਰਾ ਸਾਡੇ ਕੋਲ ਹੈ ਸਵਿੱਚ। ਸਵਿੱਚ ਉਹ ਉਪਕਰਨ ਹੁੰਦਾ ਹੈ ਜੋ ਕਿ ਕੋਈ ਨੈਟਵਰਕ ਯੰਤਰ ਜਿਵੇਂ ਕੰਪਿਊਟਰ, ਰਾਊਟਰ, ਸਰਵਰ ਜਾਂ ਹੋਰ ਸਵਿੱਚਾਂ ਵਿਚਕਾਰ ਡਾਟਾ ਪੈਕਟ ਤਬਦੀਲ ਕਰਦਾ ਹੈ। ਸਵਿੱਚ ਵਿੱਚ ਇੱਕ ਬਫਰ ਹੁੰਦਾ ਹੈ ਜੋ ਕਿ ਸਵਿੱਚ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਵਧਾ ਦਿੰਦਾ ਹੈ। ਸਵਿੱਚ ਡਾਟਾ ਨੂੰ ਅੱਗੇ ਭੇਜਣ ਤੋਂ ਪਹਿਲਾਂ ਕਿਸੇ ਕਿਸਮ ਦੀ ਗਲਤੀ ਦੀ ਜਾਂਚ ਵੀ ਕਰ ਸਕਦਾ ਹੈ ਅਤੇ ਇਸ ਦੀ ਇਹ ਖੂਬੀ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿਉਂਕਿ ਇਹ ਉਹਨਾਂ ਪੈਕਟਾਂ ਨੂੰ ਅੱਗੇ ਨਹੀਂ ਭੇਜਦਾ ਜਿਸ ਵਿੱਚ ਗਲਤੀਆਂ ਹੁੰਦੀਆਂ ਹਨ, ਬਲਕਿ ਸਹੀ ਪੈਕਟਾਂ ਨੂੰ ਹੀ ਸਹੀ ਪੋਰਟ 'ਤੇ ਭੇਜਿਆ ਜਾਂਦਾ ਹੈ। ਤੀਸਰਾ ਸਾਡੇ ਕੋਲ ਨੈਟਵਰਕ ਯੰਤਰ ਹੈ ਰਿਪੀਟਰ। ਸੋ ਰਿਪੀਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਇੱਕ ਨੈਟਵਰਕ ਵਿੱਚ ਨੈਟਵਰਕ ਦੇ ਗੇਟਵੇ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਇੱਕ ਨੈਟਵਰਕ ਵਿੱਚ ਡਾਟਾ ਦਾ ਬਹਾਵ ਅਤੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜੇ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ। ਰਾਊਟਰ ਇੱਕ ਸਵਿੱਚ ਵਾਂਗ ਹੀ ਯੰਤਰ ਹੈ ਜੋ ਕਿ ਉਹਨਾਂ ਦੇ ਇੰਟਰਨੈਟ ਪ੍ਰੋਟੋਕੋਲ ਐਡਰੈਸ ਜਾਂ IP ਐਡਰੈਸ ਦੇ ਆਧਾਰ 'ਤੇ ਡਾਟਾ ਪੈਕਟ ਨੂੰ ਨੈਟਵਰਕ 'ਤੇ ਭੇਜਦਾ ਹੈ। ਰਾਊਟਰ ਮੁੱਖ ਤੌਰ 'ਤੇ ਇੱਕ ਨੈਟਵਰਕ ਲਈ ਯੰਤਰ ਹੈ। ਅੱਗੇ ਸਾਡੇ ਕੋਲ ਦੂਸਰਾ ਆਪਰੇਸ਼ਨ ਹੈ ਅਨਗਾਈਡਡ ਮੀਡੀਆ। ਕੀ ਹੁੰਦਾ ਹੈ? ਕਿਸੇ ਦੋ ਮੀਡੀਆ ਬਾਰੇ ਲਿਖੋ। ਸੋ ਅਨਗਾਈਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟ੍ਰਾਂਸਫਰ ਕਰਦਾ ਹੈ। ਸੋ ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਸੋ ਅਨਗਾਈਡਡ ਮੀਡੀਆ ਦੀ ਸਾਡੇ ਕੋਲ ਵੱਖ-ਵੱਖ ਕਿਸਮਾਂ ਹਨ, ਜਿਸ ਵਿੱਚ ਪਹਿਲੀ ਸਾਡੇ ਕੋਲ ਕਿਸਮ ਹੈ ਇਨਫਰਾਰੈਡ। ਸੋ ਇਨਫਰਾਰੈਡ ਵਾਇਰਲੈਸ ਮੋਬਾਈਲ ਟੈਕਨੋਲੋਜੀ ਦੀ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਨਫਰਾਰੈਡ ਸੰਚਾਰ ਦੀ ਵੱਡੀ ਖਾਮੀ ਇਹ ਹੈ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ ਅਤੇ ਇਸ ਦੀ ਟਰਾਂਸਮਿਸ਼ਨ ਦੀ ਰੇਂਜ ਵੀ ਸੀਮਿਤ ਹੁੰਦੀ ਹੈ, ਜਿਸ ਕਾਰਨ ਇਸਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਵੀ ਦੀਵਾਰ ਨੂੰ ਪਾਰ ਨਹੀਂ ਕਰ ਸਕਦੇ। ਇਨਫਰਾਰੈਡ ਦੀ ਵਰਤੋਂ ਲੰਬੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੀ ਵਰਤੋਂ ਬੰਦ ਜਗ੍ਹਾ ਵਿੱਚ ਸੀਮਿਤ ਹੁੰਦੀ ਹੈ। ਇਨਫਰਾਰੈਡ ਦੀ ਵਰਤੋਂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਅੱਗੇ ਦੀ ਦੂਸਰੀ ਕਿਸਮ ਹੈ ਬਲੂਟੁੱਥ। ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਯੰਤਰਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜ੍ਹੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਦੋ ਬਲੂਟੁੱਥ ਯੰਤਰਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਹੁੰਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਪਰਸਨਲ ਕੰਪਿਊਟਰ ਅਤੇ ਹੋਰ ਉਪਕਰਨਾਂ ਨੂੰ ਬਲੂਟੁੱਥ ਡੋਂਗਲ ਦੀ ਵਰਤੋਂ ਕਰਕੇ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਬਲੂਟੁੱਥ ਨੈਟਵਰਕ ਵਿੱਚ ਡਾਇਨਾਮਿਕ ਟਪੋਲੋਜੀ ਵਰਤੀ ਜਾਂਦੀ ਹੈ ਜਿਸ ਨੂੰ ਪੀਕੋਨੈਟ ਕਿਹਾ ਜਾਂਦਾ ਹੈ। ਬਲੂਟੁੱਥ ਰਾਹੀਂ ਭੇਜੇ ਗਏ ਸਿਗਨਲ 30 ਫੁੱਟ ਤੱਕ ਹੀ ਪ੍ਰਸਾਰਿਤ ਹੋ ਸਕਦੇ ਹਨ। ਅੱਗੇ ਸਾਡੇ ਕੋਲ ਹੈ ਵਾਈਫਾਈ। ਸੋ ਵਾਈਫਾਈ ਦਾ ਪੂਰਾ ਨਾਮ ਵਾਇਰਲੈਸ ਫਾਈਡੈਲਿਟੀ ਹੈ ਅਤੇ ਇਸ ਨੂੰ ਵਾਇਰਲੈਸ ਲੋਕਲ ਏਰੀਆ ਨੈਟਵਰਕ ਵੀ ਕਿਹਾ ਜਾਂਦਾ ਹੈ। ਵਾਈਫਾਈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ। ਵਾਈਫਾਈ ਦੀ ਵਰਤੋਂ ਨਾਲ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਵਾਈਫਾਈ ਨੂੰ ਮੋਬਾਈਲ ਕੰਪਿਊਟਿੰਗ ਯੰਤਰਾਂ ਰਾਹੀਂ ਤਿਆਰ ਕੀਤਾ ਗਿਆ ਹੈ, ਪਰ ਹੁਣ ਇਲੈਕਟ੍ਰੋਨਿਕ ਡਿਵਾਈਸ ਜਿਵੇਂ ਟੈਲੀਫੋਨ, DVD ਪਲੇਅਰ ਅਤੇ ਇੱਥੋਂ ਤੱਕ ਕਿ ਡਿਜੀਟਲ ਕੈਮਰੇ ਵਿੱਚ ਵੀ ਇਸ ਦੀ ਜਿਹੜੀ ਵਰਤੋਂ ਹੈ ਉਹ ਹੋ ਰਹੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਟਵਿਸਟਡ ਮੀਡੀਆ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਟਵਿਸਟਡ ਪੇਅਰ ਵਾਲੀ ਕੇਬਲਿੰਗ ਵਿੱਚ ਦੋ ਵੱਖੋ ਵੱਖਰੇ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਅਤੇ ਇਹ ਦੋਵੇਂ ਤਾਰਾਂ ਇੱਕ ਦੂਜੇ ਨਾਲ ਲਿਪਟੀਆਂ ਨਜ਼ਰ ਆਉਂਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਡਾਟਾ ਟ੍ਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਅਰਥਿੰਗ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਦੋ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਇਸ ਕਰਕੇ ਵਲੇਟਿਆ ਜਾਂਦਾ ਹੈ ਤਾਂ ਜੋ ਇਹਨਾਂ ਤਾਰਾਂ ਦੇ ਵਿਚਕਾਰ ਕ੍ਰੋਸਟਾਕ ਜਾਂ ਨੋਇਸ ਨੂੰ ਘੱਟ ਕੀਤਾ ਜਾ ਸਕੇ। ਇਹ ਤਾਰ ਲਚਕੀਲੀ ਹੁੰਦੀ ਹੈ ਅਤੇ ਇੱਛੁਕ ਡਿਵਾਈਸ ਪ੍ਰਤੀ ਆਸਾਨੀ ਨਾਲ ਜੁੜ ਸਕਦੀ ਹੈ।
ਇਸ ਕੇਬਲ ਰਾਹੀਂ 1 ਤੋਂ ਮੈਗਾਬਿਟ ਪਰ ਸੈਕਿੰਡ ਦੀ ਸਪੀਡ ਦੇ ਨਾਲ 1 ਕਿਲੋਮੀਟਰ ਜਾਂ ਵੱਧ ਦੂਰੀ ਤੱਕ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਕੇਬਲ ਦੀ ਦੂਰੀ ਜਿੰਨੀ ਘੱਟ ਹੋਵੇਗੀ ਡਾਟਾ ਟ੍ਰਾਂਸਫਰ ਦੀ ਸਪੀਡ ਵੀ ਉਨੀ ਹੀ ਵੱਧ ਹੋਵੇਗੀ। ਸੋ ਅੱਗੇ ਹੁਣ ਅਸੀਂ ਇਸ ਦੇ ਫਾਇਦੇ ਬਾਰੇ ਜਾਣ ਲੈਂਦੇ ਹਾਂ। ਟਵਿਸਟਡ ਪੇਅਰ ਕੇਬਲਿੰਗ ਦੇ ਜਿਹੜੇ ਲਾਭ ਹੈ, ਇਹ ਕੇਬਲ ਐਨਾਲੋਗ ਅਤੇ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਦੂਰੀ ਘੱਟ ਦੂਰੀ ਲਈ ਸਸਤੀਆਂ ਹੁੰਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਨਹੀਂ ਹੁੰਦਾ। ਅੱਗੇ ਟਵਿਸਟਡ ਪੇਅਰ ਕੇਬਲ ਦੇ ਨੁਕਸਾਨ। ਇਸਦਾ ਪਹਿਲਾ ਨੁਕਸਾਨ ਹੈ ਰਿਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਨੂੰ ਵੱਧ ਦੂਰੀ ਤੱਕ ਨਹੀਂ ਭੇਜਿਆ ਜਾ ਸਕਦਾ। 100 ਮੀਟਰ ਤੋਂ ਵੱਧ ਦੂਰੀ ਤੇ ਗਲਤੀ ਦੀ ਦਰ ਵੱਧ ਜਾਂਦੀ ਹੈ। ਤੀਸਰਾ ਹੈ ਬਹੁਤ ਪਤਲੀ ਤਾਰ ਹੋਣ ਕਰਕੇ ਆਸਾਨੀ ਨਾਲ ਟੁੱਟ ਜਾਂਦੀ ਹੈ, ਇਸ ਲਈ ਇਹ ਤਾਰ ਬ੍ਰੌਡਬੈਂਡ ਕਨੈਕਸ਼ਨ ਲਈ ਸਹੀ ਨਹੀਂ ਹੁੰਦੀ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਫਾਈਬਰ ਆਪਟੀਕਲ ਕੇਬਲ ਕੀ ਹੈ, ਇਸਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਸੋ ਇਹ ਕੇਬਲ ਕੱਚ ਦੇ ਹਜ਼ਾਰਾਂ ਪਤਲੇ ਰੇਸ਼ਿਆਂ ਤੋਂ ਬਣੀ ਹੁੰਦੀ ਹੈ। ਹਰੇਕ ਸ਼ੀਸ਼ੇ ਦਾ ਇੱਕ ਰੇਸ਼ਾ ਇੱਕ ਬਾਲ ਵਾਂਗ ਪਤਲਾ ਹੁੰਦਾ ਹੈ, ਜਿਸ ਵਿੱਚ ਰੋਸ਼ਨੀ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਵਿੱਚ ਰੋਸ਼ਨੀ ਦੀ ਇੱਕ ਕਿਰਨ ਨੂੰ ਮਿਲੀਅਨ ਬਿਟ ਪਰ ਸੈਕਿੰਡ ਦੀ ਗਤੀ ਨਾਲ ਭੇਜਿਆ ਜਾਂਦਾ ਹੈ। ਇੱਕ ਫਾਈਬਰ ਕੇਬਲ ਕੁਝ ਟੈਲੀਵਿਜ਼ਨ ਸਿਗਨਲ ਅਤੇ ਹਜ਼ਾਰਾਂ ਟੈਲੀਫੋਨ ਲਾਈਨਾਂ ਦੇ ਸਿਗਨਲ ਨੂੰ ਟ੍ਰਾਂਸਫਰ ਕਰ ਸਕਦੀ ਹੈ। ਇਸ ਕੇਬਲ ਦਾ ਆਕਾਰ ਅਤੇ ਭਾਰ ਕੋਐਕਸੀਅਲ ਕੇਬਲ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਡਾਟਾ ਟ੍ਰਾਂਸਫਰ ਦਰ ਵੀ ਕੋਐਕਸੀਅਲ ਕੇਬਲ ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਸੋ ਅੱਗੇ ਅਸੀਂ ਹੁਣ ਇਸ ਦੇ ਫਾਇਦੇ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਫਾਇਦਾ ਹੈ ਇੱਕ ਸਿੰਗਲ ਮੋਡ ਫਾਈਬਰ ਨੂੰ ਤਾਂਬੇ ਦੀ ਵੱਡੀ ਅਤੇ ਭਾਰੀ ਤਾਰ ਦੀ ਥਾਂ 'ਤੇ ਵਰਤਿਆ ਜਾ ਸਕਦਾ ਹੈ। ਦੂਸਰਾ ਫਾਇਦਾ ਹੈ ਉੱਚ ਬੈਂਡਵਿਡਥ ਉਦਯੋਗਿਕ ਅਤੇ ਸ਼ੋਰ ਵਾਲੇ ਖੇਤਰਾਂ ਲਈ ਇਹ ਢੁਕਵੀਂ ਸਾਬਿਤ ਹੁੰਦੀ ਹੈ। ਤੀਸਰਾ ਹੈ ਇਸ ਵਿੱਚ ਡਾਟਾ ਸਿਗਨਲ ਕਮਜ਼ੋਰ ਨਹੀਂ ਪੈਂਦੇ ਅਤੇ ਲੰਬੀ ਦੂਰੀ ਤੱਕ ਡਾਟਾ ਭੇਜਿਆ ਜਾ ਸਕਦਾ ਹੈ। ਅੱਗੇ ਇਸ ਦੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਆਪਟੀਕਲ ਫਾਈਬਰ ਕੇਬਲ ਮਹਿੰਗੀ ਹੁੰਦੀ ਹੈ। ਆਪਟੀਕਲ ਫਾਈਬਰ ਕੇਬਲ ਨੂੰ ਪਾਲਿਸ਼ ਕਰਨਾ ਪੈਂਦਾ ਹੈ ਤਾਂ ਜੋ ਥੋੜ੍ਹੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਭੇਜਿਆ ਜਾ ਸਕੇ। ਸੋ ਪ੍ਰਕਾਸ਼ ਦੀਆਂ ਤਰੰਗਾਂ ਯੂਨੀ ਡਾਇਰੈਕਸ਼ਨਲ ਹੁੰਦੀਆਂ ਹਨ, ਇਸ ਲਈ ਫੁੱਲ ਡੁਪਲੈਕਸ ਸੰਚਾਰ ਲਈ 2 ਫ੍ਰੀਕੁਐਂਸੀਆਂ ਦੀ ਲੋੜ ਪੈਂਦੀ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਸੰਚਾਰ ਮੋਡ ਕੀ ਹੈ, ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਕਿਸੇ ਨੈਟਵਰਕ ਨਾਲ ਜੁੜੇ ਦੋ ਯੰਤਰ ਆਪਸ ਵਿੱਚ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਸੰਚਾਰ ਮੋਡ ਕਿਹਾ ਜਾਂਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਉਪਕਰਨਾਂ ਦੇ ਵਿਚਕਾਰ ਸਿਗਨਲ ਦੇ ਵਹਾਅ ਦੀ ਦਿਸ਼ਾ ਵੀ ਦੱਸਦੇ ਹਨ। ਸੰਚਾਰ ਮੋਡ ਦੀਆਂ 3 ਕਿਸਮਾਂ ਹਨ, ਜਿਸ ਵਿੱਚ ਪਹਿਲਾਂ ਸਾਡੇ ਕੋਲ ਸਿੰਪਲੈਕਸ ਮੋਡ। ਸਿੰਪਲੈਕਸ ਮੋਡ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾ ਵੀ ਹੁੰਦਾ ਹੈ, ਭਾਵ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ ਅਤੇ ਇੱਕ ਪਾਸੇ ਟ੍ਰੈਫਿਕ ਹੋਣ ਕਰਕੇ ਸਿਗਨਲ ਸੈਂਟਰ ਕੋਲ ਵਾਪਸ ਨਹੀਂ ਭੇਜੇ ਜਾ ਸਕਦੇ। ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ ਅਤੇ ਦੂਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਇਸ ਦੀਆਂ ਸਾਡੇ ਕੋਲ 3 ਉਦਾਹਰਨਾਂ ਨੇ, ਕੀਬੋਰਡ, ਮਾਊਸ ਅਤੇ ਟੈਲੀਵਿਜ਼ਨ। ਦੂਸਰਾ ਸਾਡੇ ਕੋਲ ਹੈ ਫੁੱਲ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ ਦਿਸ਼ਾ ਵਿੱਚ ਡਾਟਾ ਭੇਜਿਆ ਜਾ ਸਕਦਾ ਹੈ। ਇਸ ਟ੍ਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋ ਸਮੇਂ ਤੇ ਡਾਟਾ ਸੰਚਾਰ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੀ ਉਦਾਹਰਨ ਹੈ ਸਾਡੇ ਕੋਲ ਵਾਕੀ ਟਾਕੀ। ਤੀਸਰਾ ਸਾਡੇ ਕੋਲ ਸੰਚਾਰ ਮੋਡ ਹੈ ਫੁੱਲ ਡੁਪਲੈਕਸ ਮੋਡ। ਫੁੱਲ ਡੁਪਲੈਕਸ ਮੋਡ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟੇ ਦਾ ਸੰਚਾਰ ਕਰ ਸਕਦੇ ਹਨ। ਫੁੱਲ ਡੁਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰੱਥਾ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋਂ ਡਾਟਾ ਸੰਚਾਰ ਕਰ ਸਕਣ, ਅਤੇ ਇਸ ਦੀ ਉਦਾਹਰਨ ਹੈ ਟੈਲੀਫੋਨ ਲਾਈਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਨਾਲ ਤੁਹਾਨੂੰ ਬਾਕੀ ਵੀ ਲੈਸਨ ਦੀ ਜਿਹੜੀ ਵੀਡੀਓਜ਼ ਹੈ ਉਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।